ਸੁਖਬੀਰ ਬਾਦਲ ਕਹਿੰਦੇ ਆ ਵੀ ਮਜੀਠੀਆ ਜੇ ਮਜੀਠੀਆ ਦਾ ਡਰੱਗ 'ਚ ਕਣਾ ਕੰਤ ਵੀ ਸਾਬਤ ਹੋ ਜੇ ਤਾਂ ਮੈਂ ਸਿਆਸਤ ਛੱਡ ਦੂੰਗਾ। ਤੇ ਜਦੋਂ ਕੋਰਟਾਂ 'ਚੋਂ ਰਿਜੈਕਟ ਹੁੰਦੀਆਂ ਬੇਲਾਂ ਤੇ ਇਹਦਾ ਮਤਲਬ ਸਾਬਤ ਕਿਵੇਂ ਹੋਊਗਾ? ਕਹਿੰਦੇ ਸਬੂਤ ਮੇਰੀ ਪਸੰਦ ਦਾ ਹੋਣਾ ਚਾਹੀਦਾ। ਮੈਂ ਤਾਂ ਦੇਖਣਾ ਵੀ ਚਿੱਟਾ ਨਿਕਲੇ ਮਜੀਠੀਏ ਦੀ ਜੇਬ 'ਚੋਂ ਤੇ ਰੇਟ ਲਿਸਟ ਨਿਕਲੇ, ਫਿਰ ਮੈਂ ਤਾਂ ਮੰਨੂਗਾ, ਨਹੀਂ ਤਾਂ ਮੈਂ ਮੰਨਦਾ ਹੀ ਨਹੀਂ। ਅੱਛਾ, ਪ੍ਰਕਾਸ਼ ਸਿੰਘ ਬਾਦਲ ਦਾ ਕਦੀ ਫੋਨ ਆਇਆ ਵੀ ਛੱਡੋ, ਆਪਸ 'ਚ ਰਿਸ਼ਤੇਦਾਰੀ ਹੈਗੀ ਹੈ, ਤੁਸੀਂ ਉਹਨਾਂ ਦੇ ਚਾਚਾ ਜੀ ਦੇ ਬੇਟੇ ਹੈਗੇ ਹੋ, ਵੀ ਛੱਡੋ ਇਕੱਠੇ ਹੋ ਜਾਂਦੇ ਆ, ਕਦੀ ਕੀਤਾ? ਨਹੀਂ, ਤੇ ਜੇ ਫਿਰ ਫੋਨ ਆ ਜਾਊਗਾ ਤਾਂ ਮੈਂ ਛੱਡ ਦੂੰਗਾ ਉਹਨਾਂ ਦੇ ਕਹਿਣ ਤੇ। ਤੁਹਾਨੂੰ ਕੀ ਲੱਗਦਾ ਵੀ ਉਹ ਕੋਈ ਇਲਾਹੀ ਫੋਨ ਹੈ ਵੀ ਜਿਹੜਾ ਗੁਰੂ ਨਾਨਕ ਦੇਵ ਜੀ ਦਾ ਫੋਨ ਹੈ ਵੀ ਮੈਂ ਕਹੂੰਗਾ ਵੀ ਸਤ ਵਚਨ ਜਨਾਬ? ਵੀ ਆਇਆ ਫੋਨ ਨਹੀਂ, ਮੈਂ ਕੁਝ ਨਹੀਂ ਕਹਿਣਾ ਇਹਦੇ ਬਾਰੇ। ਅੱਛਾ, ਗੱਲ ਤਾਂ ਹੁੰਦੀ ਹੋਣੀ ਹੈ। ਨਹੀਂ ਜੀ, ਨਹੀਂ, ਮੈਂ ਕੁਝ ਨਹੀਂ ਕਹਿਣਾ ਇਹਦੇ ਬਾਰੇ। ਅਸੀਂ ਆਪ ਦਾ ਸਭ ਕੁਝ ਛੱਡ ਕੇ ਆਏ ਹੈ ਤੇ ਤੁਸੀਂ ਇਹੋ ਜੀ ਗੱਲ ਕਰਕੇ ਕੀ ਸਾਬਤ ਕਰਨਾ ਚਾਹੁੰਦੇ ਹੋ? ਅਸੀਂ ਜਦੋਂ ਕੱਟੜ ਖੜੇ ਹੈ, ਮੇਰਾ ਤਾਇਆ ਉਹ ਜਿਹੜਾ ਲੰਬੀਓਂ ਲੜ ਰਿਹਾ ਹੈ, ਮੇਰਾ ਭਰਾ ਮੁੱਖ ਮੰਤਰੀ ਬਣਨ ਵਾਸਤੇ ਚਾਹੁੰਦਾ ਹੈ, ਮੈਂ ਉਹਨਾਂ ਨੂੰ ਛੱਡ ਕੇ ਉਹਨਾਂ ਦੇ ਖਿਲਾਫ ਪ੍ਰਚਾਰ ਕਰ ਰਿਹਾ। ਮੈਂ ਲੰਬੀ 'ਚ ਜਾ ਕੇ ਖੁੱਡੀਆਂ ਸਾਹਿਬ ਦਾ ਪ੍ਰਚਾਰ ਕਰੂੰਗਾ, ਆਮ ਆਦਮੀ ਪਾਰਟੀ ਦਾ। ਮੈਂ ਲੰਬੀ 'ਚ ਵੀ ਵੱਡੇ ਬਾਦਲ ਸਾਹਿਬ ਦੇ ਖਿਲਾਫ ਬੋਲੂੰਗਾ। ਤੇ ਮੈਂ ਕੋਈ ਕਮਲਾ ਹੈ ਵੀ ਅਸੀਂ ਤਾਂ ਐਡਾ ਸਟੈਂਡ ਲਈ ਬੈਠੇ ਹੋਈਏ ਤੇ ਕੋਈ ਲੋਕ ਆ ਕੇ ਆਖਣ, ਜਿਹੜੇ ਪ੍ਰਧਾਨਗੀਆਂ ਹੰਢਾਰੇ ਹੈ ਉਹ ਕਹਿਣ ਵੀ ਆ ਜਾਓ ਜੀ ਵਾਪਸ ਚੱਲੀਏ, ਹੁਣ ਤਾਂ ਜੀ ਗੱਲ ਬਣੀ ਨਹੀਂ ਜੀ, ਗੱਲ ਬਣੀ ਨਹੀਂ। ਤੁਹਾਡੀ ਕਿਤੇ ਟਸਲੇ ਵੀ ਰਹੀ ਸੀ ਕਿ ਮਜੀਠੀਆ ਸਾਹਿਬ ਤੁਹਾਡੇ ਤੋਂ ਬਾਅਦ ਆਉਂਦੇ ਨੇ ਤੇ ਇੰਨਾ ਆ ਕੇ ਉਹਨਾਂ ਨੇ ਜਗ੍ਹਾ ਬਣਾ ਲਈ ਪਾਰਟੀ ਦੇ ਵਿੱਚ, ਤੁਹਾਨੂੰ ਉਹ ਜਗ੍ਹਾ ਨਹੀਂ ਦਿੱਤੀ ਗਈ? ਜੇ ਉਹ ਆਪਣੇ ਆਪ ਨੂੰ ਇਹ ਸਮਝਣ ਵੀ ਮੇਰੇ ਤਾਂ ਗੁਣੀ ਬਹੁਤ ਨੇ, ਸ਼ਾਇਦ ਮੇਰੇ ਤਾਂ ਕਾਬਲੀਅਤ ਹੀ ਬਹੁਤ ਜ਼ਿਆਦਾ ਹੈ, ਇਹ ਜਿਹੜੇ ਲੋਕ ਮੇਰੇ ਦਰਵਾਜ਼ੇ ਤੇ ਬਹਿੰਦੇ ਆ ਇਹ ਇਸ ਕਰਕੇ ਬਹਿੰਦੇ ਆ ਵੀ ਮੈਂ ਮਜੀਠੀਆ ਬਹੁਤ ਕਾਬਲ ਹੈ, ਇਸ ਕਰਕੇ ਨਹੀਂ ਬਹਿੰਦੇ। ਇਸ ਕਰਕੇ ਬਹਿੰਦੇ ਆ ਵੀ ਤੁਹਾਡੀ ਸਿਸਟਰ ਹੈ ਜਿਹੜੀ ਅਕਾਲੀ ਦਲ ਪ੍ਰਧਾਨ ਨੂੰ ਵਿਆਹੀ ਹੋਈ, ਉਹਨਾਂ ਬਿਨਾਂ ਕੋਈ ਵਜੂਦ ਨਹੀਂ ਗਾ ਉਹਨਾਂ ਦਾ। ਮੈਂ ਤਾਂ ਕਹਿੰਦਾ ਜੇ ਮਜੀਠੀਆ ਸਾਹਿਬ ਨੂੰ ਪੁੱਛ ਲਓ, ਉਹੀ ਸੱਚ ਦੱਸ ਦੇਣਗੇ ਵੀ ਕੀ ਵਜੂਦ ਹੈ। ਜਦੋਂ ਸ਼੍ਰੋਮਣੀ ਅਕਾਲੀ ਦਲ ਛੱਡੀ ਸੀ ਕਿ ਬ੍ਰਹਮਪੁਰਾ ਨਾਲ ਕੋਈ ਸ਼ਰਤ ਹੈਗੀ ਸੀ ਵੀ ਤੁਸੀਂ ਹੋਰ ਪਾਰਟੀ ਵਿੱਚ ਜਾਓਗੇ ਕਿ ਨਹੀਂ ਜਾਓਗੇ, ਕਿ ਇਸੇ ਵਿੱਚ ਰਹੋਗੇ? ਬ੍ਰਹਮਪੁਰੇ ਨਾ ਉਹਨਾਂ ਨੇ ਸਹੁੰ ਵੀ ਚੱਕੀ ਸੀ, ਤੁਹਾਨੂੰ ਯਾਦ ਹੋਣਾ। ਗੱਲ ਹੈ, ਉਹਨਾਂ ਨੇ ਤਾਂ ਸ਼ਰਤ ਦੀ ਤਾਂ ਗੱਲ ਹੀ ਨਹੀਂ। ਉਹ ਤਾਂ ਕਹਿੰਦੇ ਕਿ ਮੈਂ ਤਾਂ ਅਕਾਲ ਤਖਤ ਸਾਹਿਬ ਤੇ ਅਰਦਾਸ ਕਰਤੀ ਕਾਕਾ ਵੀ ਆਪਾਂ ਗੁਰਧਾਮ ਛਡਾਉਣੇ ਆ, ਤੇਰੇ ਪਰਿਵਾਰ ਤੋਂ ਮੈਂ ਗੁਰਧਾਮ ਛਡਾਉਣੇ, ਤੂੰ ਮੇਰੇ ਨਾਲ ਹੈ ਕਿ ਨਹੀਂ? ਮੈਂ ਕਿਹਾ ਪਰਿਵਾਰ ਛੱਡਿਆ ਬ੍ਰਹਮਪੁਰਾ ਸਾਹਿਬ, ਤੁਸੀਂ ਆਪਾਂ ਗੁਰਧਾਮ ਆਜ਼ਾਦ ਕਰਾਈਏ, ਅਕਾਲੀ ਸੋਚ ਨੂੰ ਇਹ ਮਗਦਾ ਰੱਖੀਏ ਔਰ ਕੌਮ ਜੀਵੇ ਮੈਂ ਮਰਾਂ, ਇਹਦੀ ਵਿਚਾਰਧਾਰਾ ਨੂੰ ਜਿਉਂਦਾ ਰੱਖੀਏ। ਤੇ ਉਹ ਹੁਣ ਮੈਨੂੰ ਤਾਂ ਇਹ ਵੀ ਨਹੀਂ ਸੀ ਪਤਾ ਵੀ ਇਹ ਤਾਂ ਕਦੋਂ ਦੀਆਂ ਗੱਲਾਂ ਇਹਨਾਂ ਨਾਲ ਚੱਲੀ ਜਾਂਦੀਆਂ ਸੁਖਬੀਰ ਦੀਆਂ। ਜਦੋਂ ਤੋਂ ਪਹਿਲੀ ਵਾਰ ਢਿੱਲੇ ਹੋਏ ਆ ਉਦੋਂ ਤੋਂ ਸੁਖਬੀਰ ਪਤਾ ਲੈਣ ਆਇਆ, ਉਦੋਂ ਹੀ ਇਹ ਗੱਲਾਂ ਹੋ ਗਈਆਂ ਸੀ। ਵਾਪਸ ਬ੍ਰਹਮਪੁਰਾ ਨੂੰ ਕਿਹਾ ਵੀ ਸ਼੍ਰੋਮਣੀ ਅਕਾਲੀ ਦਲ ਵਾਪਸ ਕਿਉਂ ਗਏ, ਕਿਉਂ ਜੁਆਇਨ ਕੀਤੀ, ਹੋਈ ਗੱਲ? ਬਾਈ ਜੀ, ਮੇਰਾ ਤਾਂ ਮਨ ਹੀ ਨਹੀਂ ਕੀਤਾ ਵੀ ਮੈਂ ਫੋਨ ਚੱਕ ਕੇ ਦੁਬਾਰਾ ਉਹਨਾਂ ਨੂੰ ਬਾਪੂ ਜੀ ਕਹਿ ਕੇ ਮੁਖਾਤਬ ਕਰਾਂ। ਮੈਂ ਤਾਂ ਜਦੋਂ ਚਾਨੀ ਚੜਾਤਾ ਉਹਨਾਂ ਨੇ, ਫਿਰ ਉਹਨਾਂ ਦੀਆਂ ਗੱਲਾਂ ਚਿਕਨੀਆਂ ਚੁਪਨੀਆਂ ਮੈਂ ਥੋੜ੍ਹਾ ਸੁਣਨੀਆਂ ਸੀ। ਅਕਾਲੀ ਦਲ ਤੋਂ ਥੁੱਕ ਕੇ ਚੱਟਣ ਤੋਂ ਤਾਂ ਬਿਹਤਰ ਹੈ ਨਾ। ਪਰ ਉਹ ਵਾਪਸ ਚਲੇ ਗਏ, ਉਹਨਾਂ ਨੇ ਆਪਦਾ ਕਰ ਲਿਆ। ਉਹਨਾਂ ਨੇ ਸਹੁੰ ਵੀ ਖਾਧੀ ਸੀ ਵੀ ਮੈਂ ਕੋਈ ਇਲੈਕਸ਼ਨ ਵੀ ਨਹੀਂ ਲੜਨਾ, ਫਿਰ ਵੀ ਉਹ ਸੁਖਬੀਰ ਹੋਰੀ ਕਹਿੰਦੇ ਵੀ ਤੁਸੀਂ ਲੜੋ। ਆ ਬਡਾਲੀ ਨੂੰ ਨਾਲ ਲੈ ਕੇ ਗਏ ਸੀ, ਜਾਗਰ ਸਿੰਘ ਬਡਾਲੀ ਨੂੰ, ਉਹਨੂੰ ਕਹਿੰਦੇ ਸੀ ਤੈਨੂੰ ਵੀ ਟਿਕਟ ਦਵਾਉਂਗਾ, ਉਹ ਘਰੇ ਬੈਠਾ। ਔਰ ਇਹਦੇ ਵਿੱਚ ਬ੍ਰਹਮਪੁਰਾ ਜੀ ਦੀ ਔਰ ਮੇਰੀ ਜਿਹੜੀ ਇੱਕ ਬਹੁਤ ਦਾਦੇ ਪੋਤੇ ਵਾਲੀ ਰਿਲੇਸ਼ਨ ਸੀ, ਉਹਨਾਂ ਨੇ ਬੁਰਾ ਮੰਨਿਆ ਕਿ ਮੈਨੂੰ ਕਿਉਂ ਕਹਿੰਦਾ ਵੀ ਢੀਂਡਸੇ ਨਾਲ ਇਕੱਠਾ ਹੋ, ਵੀ ਆਪਦੀ ਪ੍ਰਧਾਨਗੀ ਛੱਡ ਕੇ ਢੀਂਡਸੇ ਨੂੰ ਪ੍ਰਧਾਨਗੀ ਦੇ ਦੇ, ਲੇਕਿਨ ਕੌਮ ਦੇ ਵਧੇਰੇ ਹਿੱਤ ਖਿਆਲ 'ਚ ਰੱਖੋ। ਬ੍ਰਹਮਪੁਰਾ ਜੀ ਵਾਪਸ ਚਲੇ ਗਏ ਸ਼੍ਰੋਮਣੀ ਅਕਾਲੀ ਦਲ 'ਚ। ਇਹਦੇ ਵਿੱਚ ਮੇਰਾ ਕੀ ਕਸੂਰ? ਮੈਂ ਬ੍ਰਹਮਪੁਰਾ ਜੀ ਨੂੰ ਫਤਿਹ ਬੁਲਾਤੀ, ਮੈਂ ਆਪਦੇ ਸਟੈਂਡ ਤੋਂ ਨਹੀਂ ਹਿੱਲਿਆ। ਢੀਂਡਸਾ ਜੀ ਨੇ ਬੀਜੇਪੀ ਨਾਲ ਸਮਝੌਤਾ ਕੀਤਾ, ਮੈਂ ਕਿਹਾ ਵੀ ਢੀਂਡਸਾ ਸਾਹਿਬ ਜੇ ਕੌਮ ਦਾ ਕੋਈ ਫਾਇਦਾ ਹੁੰਦਾ ਹੈ, ਬੰਦੀ ਸਿੱਖਾਂ ਦੀ ਰਿਹਾਈ ਹੁੰਦੀ ਹੈ, ਪੰਜਾਬ ਨੂੰ ਕੋਈ ਪੈਕੇਜ ਮਿਲਦਾ ਹੈ, ਇਹਨਾਂ ਨੇ ਕਿਹਾ ਵੀ ਜੀ ਸਭ ਕੁਝ ਮਿਲੂਗਾ। ਆਪਾਂ ਕਿਹਾ ਚਲੋ ਲੈ ਕੇ ਦਿਖਾ ਦਿਓ, ਆਪਾਂ ਤੁਹਾਡੇ ਨਾਲ ਹੈ, ਕੋਈ ਗੱਲ ਨਹੀਂ। ਭਗਵੰਤ ਮਾਨ ਦਾ ਫੋਨ ਆਇਆ ਸੀ ਪਾਰਟੀ ਜੁਆਇਨ ਕਰਵਾਉਣ ਵਾਸਤੇ ਕਿ ਤੁਸੀਂ ਆਪ ਹੀ ਜੁਆਇਨ ਕੀਤੀ ਹੈ? ਇਹ ਗੱਲਾਂ ਹੁਣ ਨਹੀਂ ਪਤਾ ਲੱਗਿਆ ਹੈ ਵੀ ਭਗਵੰਤ ਮਾਨ ਸਾਹਿਬ ਦਾ ਤੁਹਾਨੂੰ ਫੋਨ ਆਇਆ, ਪਿਛਲੇ ਕਈ ਦਿਨਾਂ ਤੋਂ ਫੋਨ ਕਰਦੇ ਸੀ। ਉਹ ਕਹਿੰਦੇ ਆ ਸੋਹਣਾ ਆਪ ਬੁਲਾਵੇ ਤਾਂ ਬੋਲ ਪਈਏ, ਪੱਲਾ ਨੱਸ ਕੇ ਫੜਿਆ ਤਾਂ ਕੀ ਫੜਿਆ। ਪਾਰਟੀਆਂ ਨੂੰ ਝਟਕੇ ਹੁਣ ਤੱਕ ਲੱਗਦੇ ਨੇ, ਕਈ ਸਿਆਸੀ ਉਮੀਦਵਾਰ ਪਾਰਟੀਆਂ ਛੱਡ ਰਹੇ ਨੇ। ਕੱਲ ਨੂੰ ਆਮ ਆਦਮੀ ਪਾਰਟੀ ਦੇ ਵਿੱਚ ਬੱਬੀ ਬਾਦਲ ਚਲੇ ਗਏ ਨੇ, ਜੁਆਇਨ ਕਰ ਲਈ ਉਹਨਾਂ ਨੇ। ਬੱਬੀ ਬਾਦਲ ਜੋ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ 20 ਸਾਲ
ਰਹੇ। ਉਸ ਤੋਂ ਬਾਅਦ ਸਨ 2019 ਦੇ ਵਿੱਚ ਬ੍ਰਹਮਪੁਰਾ ਜੀ ਦੇ ਨਾਲ ਚਲੇ ਜਾਂਦੇ ਨੇ। ਬ੍ਰਹਮਪੁਰਾ ਪਾਰਟੀ ਤੋਂ ਅਲੱਗ ਹੋ ਜਾਂਦੇ ਨੇ ਸ਼੍ਰੋਮਣੀ ਅਕਾਲੀ ਦਲ ਦੀ, ਤੇ ਬੱਬੀ ਬਾਦਲ ਵੀ ਚਲੇ ਜਾਂਦੇ ਨੇ। ਫਿਰ 1 ਸਾਲ ਬਾਅਦ ਢੀਂਡਸਾ ਸਾਹਿਬ ਆਉਂਦੇ ਨੇ ਸ਼੍ਰੋਮਣੀ ਅਕਾਲੀ ਦਲ ਤੋਂ ਟੁੱਟ ਕੇ। ਉਸ 1 ਸਾਲ ਬਾਅਦ ਫਿਰ ਢੀਂਡਸਾ ਤੇ ਬ੍ਰਹਮਪੁਰਾ ਇਕੱਠੇ ਹੋ ਜਾਂਦੇ ਨੇ ਤੇ ਬੰਦਾ ਸ਼੍ਰੋਮਣੀ ਅਕਾਲੀ ਦਲ ਸੰਯੁਕਤ। ਹੁਣ ਬੱਬੀ ਬਾਦਲ ਉਸ ਸਮੇਂ ਇਸੇ ਪਾਰਕ ਵਿੱਚ ਖੜ ਕੇ 2019 ਵਿੱਚ ਇੰਟਰਵਿਊ ਕੀਤਾ ਗਿਆ ਸੀ, ਇੱਕ ਕਹਿ ਰਹੇ ਸਨ ਕਿ ਸਾਡੀ ਪਾਰਟੀ ਨਾਲ ਜੁੜੋ, ਸ਼੍ਰੋਮਣੀ ਅਕਾਲੀ ਦਲ ਦੇ ਨਾਲ ਨਾ ਜੁੜੋ। ਅੱਜ ਉਹੀ ਬੱਬੀ ਬਾਦਲ ਆਮ ਆਦਮੀ ਪਾਰਟੀ ਵਿੱਚ ਚਲੇ ਗਏ ਨੇ। ਢੀਂਡਸਾ ਸਾਹਿਬ ਨੇ ਗੱਠਜੋੜ ਕਰ ਲਿਆ ਬੀਜੇਪੀ ਦੇ ਨਾਲ, ਕੈਪਟਨ ਸਾਹਿਬ ਵੀ ਉਸ ਪਾਸੇ ਚਲੇ ਗਏ, ਤਾਂ ਪਾਰਟੀ ਛੱਡੀ ਕਿਉਂ? ਜਿਹੜੇ ਬਾਦਲ ਸਾਹਿਬ, ਬੱਬੀ ਬਾਦਲ ਕਹਿੰਦੇ ਸਨ ਕਿ ਨਹੀਂ ਸਾਡੇ ਨਾਲ ਜੁੜੋ, ਅਸੀਂ ਸ਼੍ਰੋਮਣੀ ਅਕਾਲੀ ਦਲ ਛੱਡ ਕੇ ਆਏ ਹਾਂ, ਅਸੀਂ ਤਾਂ ਪੰਜਾਬ ਦੇ ਲੋਕਾਂ ਨੂੰ ਵਧੀਆ ਭਵਿੱਖ ਦਾਂਗੇ, ਤਾਂ ਪਾਰਟੀ ਛੱਡਣ ਦਾ ਕਾਰਨ ਕੀ ਹੈ ਉਹ ਵੀ ਜਾਣਾਂਗੇ। ਤਾਂ ਸ਼੍ਰੋਮਣੀ ਅਕਾਲੀ ਦਲ ਉੱਪਰ ਵੀ ਗੱਲਬਾਤ ਕਰਾਂਗੇ ਤੇ ਸਾਡੇ ਨਾਲ ਖੁਦ ਮੌਜੂਦ ਨੇ ਬੱਬੀ ਬਾਦਲ। ਬਹੁਤ ਸਵਾਗਤ ਹੈ ਬਾਦਲ ਸਾਹਿਬ। ਬਹੁਤ ਬਹੁਤ ਤੁਹਾਡਾ ਧੰਨਵਾਦ, ਮਿਹਰਬਾਨੀ। ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਵਾਲ ਮੇਰਾ ਪਹਿਲਾਂ ਇਹ ਹੈ ਕਿ ਇਸੇ ਪਾਰਕ ਵਿੱਚ ਆਪਾਂ ਇੱਕ ਇੰਟਰਵਿਊ ਕੀਤਾ ਸੀ, ਤੁਹਾਨੂੰ ਯਾਦ ਹੋਣਾ, ਸਨ 2019 ਦੇ ਵਿੱਚ ਤੁਸੀਂ ਇੱਕ ਜ਼ਿਕਰ ਕੀਤਾ ਸੀ ਕਿ ਮੈਂ ਤਾਂ ਛੱਡ ਕੇ ਆਇਆ ਸ਼੍ਰੋਮਣੀ ਅਕਾਲੀ ਦਲ ਕਿ ਆਉਣ ਵਾਲਾ ਭਵਿੱਖ ਬੱਚਿਆਂ ਦਾ ਸਹੀ ਹੋਵੇ ਪੰਜਾਬ ਦਾ। ਫਿਰ ਤੁਸੀਂ ਹੁਣ ਇਸ ਪਾਰਟੀ ਨੂੰ ਕਿਉਂ ਛੱਡਿਆ? ਮੈਂ ਦੱਸਦਾ ਜੀ, ਦੇਖੋ ਅਕਾਲੀ ਦਲ ਦੇ ਵਿੱਚ 20 ਸਾਲ ਤੋਂ 25 ਸਾਲ ਤੋਂ ਬਾਅਦ ਮੈਂ ਆਪਣਾ ਪਰਿਵਾਰ ਛੱਡਿਆ, ਬਾਦਲ ਪਰਿਵਾਰ ਦਾ ਹਿੱਸਾ ਹੈ ਮੈਂ ਪਰਿਵਾਰ ਛੱਡਿਆ, ਪਾਰਟੀ ਛੱਡੀ, ਇੱਕ ਸਿਕਿਉਰ ਇਨਵਾਇਰਨਮੈਂਟ ਛੱਡਿਆ, ਸਿਰਫ ਇੱਕ ਗੱਲ ਕਰਕੇ ਕਿ ਮੈਨੂੰ ਲੱਗਦਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਅਕਾਲੀ ਸ਼ਬਦ ਤੋਂ ਬਹੁਤ ਦੂਰ ਚਲਿਆ ਗਿਆ ਹੈ, ਵੀ ਹੁਣ ਤਾਂ ਇਹ ਪਾਰਟੀ ਨਹੀਂ ਰਹੀ, ਵੀ ਕੋਈ ਮੈਰਿਟ ਦੀ ਕੋਈ ਕਦਰ ਨਹੀਂ ਗੀ, ਕੋਈ ਉਹ ਨਹੀਂ, ਸਿਰਫ ਸੁਖਬੀਰ ਬਾਦਲ ਜੀ ਔਰ ਵਿਕਰਮ ਮਜੀਠੀਆ ਜੀ ਆਪਣੇ ਮਨ ਦੀਆਂ ਖਾਹਿਸ਼ਾਂ ਕਰ ਰਹੇ ਨੇ, ਵੱਡੇ ਬਾਦਲ ਸਾਹਿਬ ਨੂੰ ਵੀ ਕੋਈ ਨਹੀਂ ਪੁੱਛ ਰਿਹਾ। ਜਦੋਂ ਮੈਂ ਉਹ ਛੱਡਿਆ ਤਾਂ ਉਦੋਂ ਸਿਰਫ ਇੱਕ ਅਕਾਲੀ ਦਲ ਟਕਸਾਲੀ ਹੀ ਸੀ ਜਿਹੜਾ ਕਿ ਬਣਿਆ ਹੋਇਆ ਸੀ, ਬ੍ਰਹਮਪੁਰੇ ਵਾਲਾ। ਮੈਂ ਅਕਾਲੀ ਸੋਚ ਦਾ ਬੰਦਾ ਹਾਂ, ਮੈਂ ਤਾਂ ਇਹ ਮੰਨਦਾ ਹੀ ਨਹੀਂ, ਮੈਂ ਤਾਂ ਕਹਿੰਦਾ ਵੀ ਮੈਂ ਅਸਲੀ ਅਕਾਲੀ ਦਲ 'ਚ ਸੀ, ਸੁਖਬੀਰ ਹੁਣੀ ਉੱਥੋਂ ਭੱਜ ਗਏ, ਮੈਂ ਤਾਂ ਇਹ ਮੰਨਦਾ। ਲੇਕਿਨ ਮੈਂ ਜੋ ਬ੍ਰਹਮਪੁਰੇ ਨਾਲ ਆਇਆ, ਬ੍ਰਹਮਪੁਰਾ ਜੀ ਦੇ ਨਾਲ ਉਦੋਂ ਬਾਅਦ ਢੀਂਡਸਾ ਸਾਹਿਬ ਨੇ ਆਪਦੀ ਪਾਰਟੀ ਛੱਡ ਕੇ ਉਹਨਾਂ ਨੇ ਅਕਾਲੀ ਦਲ ਡੈਮੋਕ੍ਰੈਟਿਕ ਬਣਾ ਲਿਆ। ਮੈਂ ਬ੍ਰਹਮਪੁਰਾ ਜੀ ਨੂੰ ਬੇਨਤੀਆਂ ਕੀਤੀਆਂ, ਬ੍ਰਹਮਪੁਰਾ ਜੀ ਆਪਾਂ ਇਕੱਠੇ ਹੋਈਏ ਉਹਨਾਂ ਨਾਲ, ਉਹਨਾਂ ਦਾ ਵੀ ਉਹੀ ਪਲੇਟਫਾਰਮ ਹੈ, ਆਪਣਾ ਵੀ ਉਹੀ ਹੈ, ਜੋ ਆਪਾਂ ਮੰਗਦੇ ਹਾਂ ਉਹੀ ਉਹ ਮੰਗਦੇ। 1 ਸਾਲ ਲੱਗ ਗਿਆ ਸੀ ਇਕੱਠੇ ਹੋਣ ਲੱਗੇ, ਇਕੱਠਾ 1 ਸਾਲ ਲੱਗ ਗਿਆ। ਔਰ ਇਹਦੇ ਵਿੱਚ ਬ੍ਰਹਮਪੁਰਾ ਜੀ ਦੀ ਔਰ ਮੇਰੀ ਜਿਹੜੀ ਇੱਕ ਬਹੁਤ ਦਾਦੇ ਪੋਤੇ ਵਾਲੀ ਰਿਲੇਸ਼ਨ ਸੀ, ਉਹਨਾਂ ਨੇ ਬੁਰਾ ਮੰਨਿਆ ਕਿ ਮੈਨੂੰ ਕਿਉਂ ਕਹਿੰਦਾ ਵੀ ਢੀਂਡਸੇ ਨਾਲ ਇਕੱਠਾ ਹੋ, ਵੀ ਆਪਦੀ ਪ੍ਰਧਾਨਗੀ ਛੱਡ ਕੇ ਢੀਂਡਸੇ ਨੂੰ ਪ੍ਰਧਾਨਗੀ ਦੇ ਲੇਕਿਨ ਕੌਮ ਦੇ ਵਧੇਰੇ ਹਿੱਤ ਖਿਆਲ 'ਚ ਰੱਖੋ। ਜਦੋਂ ਚਲੋ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਬਣ ਗਿਆ, ਜਦੋਂ ਆਪਣੀ ਇੰਟਰਵਿਊ ਹੋਈ ਹੈ ਪਿਛਲੀ, ਤੇ ਮੈਂ ਤੁਹਾਨੂੰ ਕਿਹਾ ਸੀ ਕਿ ਤੁਸੀਂ ਇਸ ਪਾਰਟੀ ਨਾਲ ਜੁੜੋ, ਕਿਉਂ ਕਰਕੇ ਮੈਂ ਇਹ ਮੰਨਦਾ ਸੀ ਅਸਲੀ ਅਕਾਲੀ ਸੋਚ ਦੇ ਧਾਰਨੀ ਜਿਹੜੇ ਹੈ ਉਹ ਅਕਾਲੀ ਦਲ ਉਹੀ ਸੰਯੁਕਤ ਅਕਾਲੀ ਦਲ ਹੀ ਹੈ। ਹੁਣ ਮੇਰੀ ਇੱਕ ਗੱਲ, ਤੁਸੀਂ ਇਹ ਗੱਲ ਦੱਸੋ ਮੈਨੂੰ ਕਿ ਬ੍ਰਹਮਪੁਰਾ ਜੀ ਵਾਪਸ ਚਲੇ ਗਏ ਸ਼੍ਰੋਮਣੀ ਅਕਾਲੀ ਦਲ 'ਚ, ਇਹਦੇ ਵਿੱਚ ਮੇਰਾ ਕੀ ਕਸੂਰ? ਮੈਂ ਬ੍ਰਹਮਪੁਰਾ ਜੀ ਨੂੰ ਫਤਿਹ ਬੁਲਾਤੀ, ਮੈਂ ਆਪਦੇ ਸਟੈਂਡ ਤੋਂ ਨਹੀਂ ਹਿੱਲਿਆ। ਢੀਂਡਸਾ ਜੀ ਨੇ ਬੀਜੇਪੀ ਨਾਲ ਸਮਝੌਤਾ ਕੀਤਾ, ਮੈਂ ਕਿਹਾ ਵੀ ਢੀਂਡਸਾ ਸਾਹਿਬ ਜੇ ਕੌਮ ਦਾ ਕੋਈ ਫਾਇਦਾ ਹੁੰਦਾ ਹੈ, ਬੰਦੀ ਸਿੱਖਾਂ ਦੀ ਰਿਹਾਈ ਹੁੰਦੀ ਹੈ, ਪੰਜਾਬ ਨੂੰ ਕੋਈ ਪੈਕੇਜ ਮਿਲਦਾ ਹੈ, ਇਹਨਾਂ ਨੇ ਕਿਹਾ ਵੀ ਜੀ ਸਭ ਕੁਝ ਮਿਲੂਗਾ। ਆਪਾਂ ਕਿਹਾ ਚਲੋ ਲੈ ਕੇ ਦਿਖਾ ਦਿਓ, ਆਪਾਂ ਤੁਹਾਡੇ ਨਾਲ ਹੈ, ਕੋਈ ਗੱਲ ਨਹੀਂ। ਜਦੋਂ ਢੀਂਡਸਾ ਜੀ ਬੀਜੇਪੀ ਨਾਲ ਚਲੇ ਗਏ, ਅਜੇ ਤੱਕ ਇੱਕ ਬੰਦੀ ਸਿੱਖ ਦੀ ਰਿਹਾਈ ਨਹੀਂ ਹੋਈ, ਇੱਕ ਵੀ ਕੋਈ ਮਸਲੇ ਤੇ ਕੋਈ ਵਿਚਾਰ ਨਹੀਂ ਹੋਇਆ। ਹੁਣ ਦੱਸੋ ਤੁਸੀਂ ਵੀ ਫਿਰ ਹੁਣ ਮੈਂ ਤਾਂ ਆਪਦਾ ਇੱਕੋ ਸਮਝਦਾ ਵੀ ਅਸੀਂ ਤਾਂ ਟਿਕਟ ਨਹੀਂ ਮੰਗੀ ਆਮ ਆਦਮੀ ਤੋਂ, ਅਸੀਂ ਕੋਈ ਉਹਨਾਂ ਤੋਂ ਕੋਈ ਪੋਜੀਸ਼ਨ ਨਹੀਂ ਮੰਗੀ, ਮੈਂ ਤਾਂ ਇੱਕ ਪੰਜਾਬ ਦੀ ਸੇਵਾ ਕਰਨ ਵਾਸਤੇ ਆਮ ਆਦਮੀ ਦੇ ਪਲੇਟਫਾਰਮ ਤੇ, ਜਿਵੇਂ ਭਗਵੰਤ ਮਾਨ ਜੀ ਨੇ ਕੱਲ੍ਹ ਕਿਹਾ ਕਿ ਇਹ ਕਰਨਾ ਚਾਹੁੰਦੇ ਆ ਕੁਛ ਔਰ ਸਾਫ਼ ਸੁਥਰਾ ਪਲੇਟਫਾਰਮ ਚਾਹੁੰਦੇ ਆ, ਔਰ ਵਾਕਈ ਇਹ ਗੱਲ ਹੈ ਕਿ ਮੈਂ ਤਾਂ ਇੱਕ ਝਾੜੂ ਬਰਦਾਰ ਦੀ ਹੈਸੀਅਤ ਵਿੱਚ ਮੈਂ ਪਾਰਟੀ ਸ਼ਾਮਲ ਹੋਇਆ। ਅੱਛਾ, ਮੈਂ ਹੁਣ ਗੱਲ ਕਰਾਂਗਾ ਬ੍ਰਹਮਪੁਰਾ ਦੀ। ਬ੍ਰਹਮਪੁਰਾ ਜਦੋਂ ਟੁੱਟ ਕੇ ਜਾਂਦੇ ਨੇ ਉਦੋਂ ਡੈਮੋਕ੍ਰੈਟਿਕ ਪਾਰਟੀ ਬਣਾਈ ਜਾਂਦੀ ਹੈ ਬ੍ਰਹਮਪੁਰਾ ਵੱਲੋਂ, ਤੁਸੀਂ ਨਾਲ ਉਹਨਾਂ ਦੇ ਚਲੇ ਜਾਂਦੇ ਹੋ। ਜਦੋਂ ਸ਼੍ਰੋਮਣੀ ਅਕਾਲੀ ਦਲ ਛੱਡੀ ਸੀ ਕਿ ਬ੍ਰਹਮਪੁਰਾ ਨਾਲ ਕੋਈ ਸ਼ਰਤ ਹੈਗੀ ਸੀ ਵੀ ਤੁਸੀਂ ਹੋਰ ਪਾਰਟੀ ਵਿੱਚ ਜਾਓਗੇ ਕਿ ਨਹੀਂ ਜਾਓਗੇ, ਕਿ ਇਸੇ ਵਿੱਚ ਰਹੋਗੇ? ਬ੍ਰਹਮਪੁਰੇ ਨਾਲ ਉਹਨਾਂ ਨੇ ਸਹੁੰ ਵੀ ਚੱਕੀ ਸੀ, ਤੁਹਾਨੂੰ ਯਾਦ ਹੋਣਾ। ਗੱਲ ਹੈ, ਉਹਨਾਂ ਨੇ ਤਾਂ ਸ਼ਰਤ ਦੀ ਤਾਂ ਗੱਲ ਹੀ ਨਹੀਂ, ਉਹ ਤਾਂ ਕਹਿੰਦੇ ਕਿ ਮੈਂ ਤਾਂ ਅਕਾਲ ਤਖਤ ਸਾਹਿਬ ਤੇ ਅਰਦਾਸ ਕਰਤੀ ਕਾਕਾ ਵੀ ਆਪਾਂ ਗੁਰਧਾਮ ਛਡਾਉਣੇ ਹੈ, ਤੇਰੇ ਪਰਿਵਾਰ ਤੋਂ ਮੈਂ ਗੁਰਧਾਮ ਛਡਾਉਣੇ, ਤੂੰ ਮੇਰੇ ਨਾਲ ਹੈ ਕਿ ਨਹੀਂ? ਮੈਂ ਕਿਹਾ ਪਰਿਵਾਰ ਛੱਡਿਆ ਬ੍ਰਹਮਪੁਰਾ ਸਾਹਿਬ, ਤੁਸੀਂ ਆਪਾਂ ਗੁਰਧਾਮ ਆਜ਼ਾਦ ਕਰਾਈਏ, ਅਕਾਲੀ ਸੋਚ ਨੂੰ ਇਹ ਮਗਦਾ ਰੱਖੀਏ, ਔਰ
ਕੌਮ ਜੀਵੇ ਮੈਂ ਮਰਾਂ, ਇਹਦੀ ਵਿਚਾਰਧਾਰਾ ਨੂੰ ਜਿਉਂਦਾ ਰੱਖੀਏ। ਤੇ ਉਹ ਹੁਣ ਮੈਨੂੰ ਤਾਂ ਇਹ ਵੀ ਨਹੀਂ ਸੀ ਪਤਾ ਵੀ ਇਹ ਤਾਂ ਕਦੋਂ ਦੀਆਂ ਗੱਲਾਂ ਇਹਨਾਂ ਨਾਲ ਚੱਲੀ ਜਾਂਦੀਆਂ ਸੁਖਬੀਰ ਦੀਆਂ। ਜਦੋਂ ਤੋਂ ਪਹਿਲੀ ਵਾਰ ਢਿੱਲੇ ਹੋਏ ਆ ਉਦੋਂ ਤੋਂ ਸੁਖਬੀਰ ਪਤਾ ਲੈਣ ਆਇਆ, ਉਦੋਂ ਹੀ ਇਹ ਗੱਲਾਂ ਹੋ ਗਈਆਂ ਸੀ ਕਿ ਅਸੀਂ ਵਾਪਸ ਆਵਾਂਗੇ। ਫਿਰ ਤੁਸੀਂ ਫੋਨ ਤੇ ਗੱਲ ਕੀਤੀ ਵੀ ਕਿਉਂ ਗਏ ਵਾਪਸ ਬ੍ਰਹਮਪੁਰਾ ਨੂੰ, ਕਿਹਾ ਵੀ ਸ਼੍ਰੋਮਣੀ ਅਕਾਲੀ ਦਲ ਵਾਪਸ ਕਿਉਂ ਗਏ, ਕਿਉਂ ਜੁਆਇਨ ਕੀਤੀ, ਹੋਈ ਗੱਲ? ਬਾਈ ਜੀ ਮੇਰਾ ਤਾਂ ਮਨ ਹੀ ਨਹੀਂ ਕੀਤਾ ਵੀ ਮੈਂ ਫੋਨ ਚੱਕ ਕੇ ਦੁਬਾਰਾ ਉਹਨਾਂ ਨੂੰ ਬਾਪੂ ਜੀ ਕਹਿ ਕੇ ਮੁਖਾਤਬ ਕਰਾਂ। ਮੈਂ ਤਾਂ ਜਦੋਂ ਚਾਨੀ ਚੜਾਤਾ ਉਹਨਾਂ ਨੇ, ਫਿਰ ਉਹਨਾਂ ਦੀਆਂ ਗੱਲਾਂ ਚਿਕਨੀਆਂ ਚੁਪਨੀਆਂ ਮੈਂ ਥੋੜਾ ਸੁਣਨੀਆਂ ਸੀ ਵੀ ਕਾਕਾ ਨਾ ਆਏ ਸੀ। ਉਹ ਤਾਂ ਕਹਿੰਦੇ ਸੀ ਢੀਂਡਸਾ ਬੀਜੇਪੀ 'ਚ ਚੱਲਿਆ, ਮੈਂ ਵਾਪਸ ਚੱਲਿਆ। ਮੈਂ ਕਿਹਾ ਜੀ ਆ ਜਾਓ ਆਮ ਆਦਮੀ ਚੱਲਦੇ ਆ, ਛੱਡੋ ਪਰਾਂ। ਚਲੋ ਮੰਨ ਗਏ ਵੀ ਢੀਂਡਸਾ ਸਾਹਿਬ ਜੇ ਬੀਜੇਪੀ ਜਾਂਦਾ ਹੈ, ਆਓ ਤੁਸੀਂ ਆਮ ਆਦਮੀ ਚੱਲੋ। ਫਿਰ ਕੀ ਕਹਿੰਦੇ? ਮੈਨੂੰ ਕਿ ਨਹੀਂ ਜੀ, ਉਹ ਕਹਿੰਦੇ ਸਾਡੇ ਨਿਸ਼ਾਨ ਤੇ ਲੜੋ। ਮੈਂ ਕਿਹਾ ਫਿਰ ਜੇ ਤੁਹਾਡੇ ਨਿਸ਼ਾਨ ਤੇ ਲੜਨ ਨੂੰ ਕੀ ਫਰਕ ਹੈ, ਅਕਾਲੀ ਦਲ ਤੋਂ ਥੁੱਕ ਕੇ ਚੱਟਣ ਤੋਂ ਤਾਂ ਬਿਹਤਰ ਹੈ ਨਾ। ਪਰ ਉਹ ਵਾਪਸ ਚਲੇ ਗਏ, ਉਹਨਾਂ ਨੇ ਆਪਦਾ ਕਰ ਲਿਆ। ਉਹਨਾਂ ਨੇ ਸਹੁੰ ਵੀ ਖਾਧੀ ਸੀ ਵੀ ਮੈਂ ਕੋਈ ਇਲੈਕਸ਼ਨ ਵੀ ਨਹੀਂ ਲੜਨਾ। ਫਿਰ ਵੀ ਉਹ ਸੁਖਬੀਰ ਹੋਰੀ ਕਹਿੰਦੇ ਵੀ ਤੁਸੀਂ ਲੜੋ। ਬਡਾਲੀ ਨੂੰ ਨਾਲ ਲੈ ਕੇ ਗਏ ਸੀ, ਜਾਗਰ ਸਿੰਘ ਬਡਾਲੀ ਨੂੰ, ਉਹਨੂੰ ਕਹਿੰਦੇ ਸੀ ਤੈਨੂੰ ਵੀ ਟਿਕਟ ਦਵਾਉਂਗਾ, ਉਹ ਘਰੇ ਬੈਠਾ ਹੈ। ਉਸ ਤੋਂ ਬਾਅਦ ਗੱਲ ਕਰੀਏ, ਚਲੋ ਇਹ ਤਾਂ ਹੋ ਗਈ ਬ੍ਰਹਮਪੁਰਾ ਸਾਹਿਬ ਦੀ। ਢੀਂਡਸਾ ਸਾਹਿਬ ਤੇ ਬ੍ਰਹਮਪੁਰਾ ਨੂੰ ਇਕੱਠਾ ਕੀਤਾ ਗਿਆ, ਤੁਸੀਂ ਵੀ ਕਹਿ ਰਹੇ ਵੀ ਕੋਸ਼ਿਸ਼ਾਂ ਕੀਤੀਆਂ। ਜੇ ਦੋਨੋਂ ਇਕੱਠੇ ਹੋ ਗਏ ਸੀ ਫਿਰ ਅਲੱਗ-ਅਲੱਗ ਕਿਉਂ ਹੋ ਗਏ? ਬ੍ਰਹਮਪੁਰਾ ਅਲੱਗ, ਢੀਂਡਸਾ ਸਾਹਿਬ ਅਲੱਗ। ਇਕੱਠੇ ਹੋਏ ਹੀ ਨਹੀਂ ਸੀ ਜੀ ਮਨੋਂ, ਅਸਲ ਦੇ ਵਿੱਚ ਨਾ ਅਸਲ ਹੈਗੀ ਸੀ ਕੋਈ ਮਨੋਂ ਨਹੀਂ ਸੀ ਇਕੱਠੇ ਹੋਏ। ਮਨੋਂ ਉਹ ਜਿਵੇਂ ਕਹਿੰਦੇ ਆ ਨਾ, ਇੱਕ ਗੱਡੀ 'ਚ ਇੱਕ ਸਟੀਅਰਿੰਗ ਹੁੰਦਾ, ਇੱਕ ਡਰਾਈਵਰ ਹੁੰਦਾ। ਉਹਨਾਂ ਨੇ ਕੋਸ਼ਿਸ਼ ਕੀਤੀ ਵੀ ਗੱਡੀ ਇੱਕ ਹੈ ਵੀ 2 ਸਟੀਅਰਿੰਗ ਲਾ ਦਈਏ ਤੇ 2 ਡਰਾਈਵਰ ਪਾ ਦਈਏ। ਉਹ ਕਦੇ ਕਾਮਯਾਬ ਹੁੰਦੀ ਨਹੀਂ ਗੱਲ। ਉਹ ਫਿਰ ਅੰਦਰੋਂ ਖਾਤੇ ਉਹਦਾ ਬੰਦਾ ਹੈ, ਉਹਦਾ ਬੰਦਾ ਹੈ, ਐਂ ਕਰਕੇ ਦੇਖਣ ਲੱਗ ਗਏ। ਇੱਕ ਦੂਜੇ ਸਾਰੇ ਪਾਰਟੀ ਦੇ ਲੀਡਰਾਂ ਨੂੰ 2 ਧੜਿਆਂ 'ਚ ਵੰਡਤਾ। ਜੇ ਢੀਂਡਸਾ ਸਾਹਿਬ ਨੂੰ ਫਿਰ ਕਿੱਥੇ ਦੇਖਦੇ ਹੋ? ਢੀਂਡਸਾ ਸਾਹਿਬ ਨੂੰ ਚਲੋ ਬ੍ਰਹਮਪੁਰਾ ਚਲੇ ਗਏ, ਫਿਰ ਵੀ ਤੁਸੀਂ ਢੀਂਡਸਾ ਸਾਹਿਬ ਦੇ ਨਾਲ ਰਹੇ। 1-2 ਮਹੀਨੇ ਪਹਿਲਾਂ ਗਏ ਨੇ ਬ੍ਰਹਮਪੁਰਾ, ਫਿਰ ਵੀ ਢੀਂਡਸਾ ਸਾਹਿਬ ਨਾਲ ਤੁਸੀਂ ਖੜੇ ਰਹੇ, ਫਿਰ ਹੁਣ ਕਿਉਂ ਅਲੱਗ ਹੋ ਗਏ? ਦੇਖੋ ਜੀ ਮੈਂ ਤੁਹਾਨੂੰ ਗੱਲ ਦੱਸਦਾ, ਢੀਂਡਸਾ ਸਾਹਿਬ ਅੱਛੇ ਇਨਸਾਨ ਨੇ। ਮੈਂ ਇਹ ਮੰਨਦਾ ਵੀ ਢੀਂਡਸਾ ਸਾਹਿਬ ਨਾਲ ਛਲ ਕਪਟ ਹੋ ਗਿਆ। ਢੀਂਡਸਾ ਸਾਹਿਬ ਨੂੰ ਬੀਜੇਪੀ ਨੇ ਕਿਹਾ ਹੋਣਾ ਹੈ ਕਿ ਅਸੀਂ ਤੁਹਾਡੇ ਮੁੱਦੇ ਕਰਾਂਗੇ, ਅਸੀਂ ਪੰਜਾਬ ਦੀ ਬਿਹਤਰੀ ਲਈ ਕਰਾਂਗੇ। ਕਿਉਂ ਕਰਕੇ ਕੀਤਾ ਤਾਂ ਉਹਨਾਂ ਨੇ ਕੁਛ ਹੈ ਨਹੀਂ। ਟਿਕਟਾਂ ਉਹਨਾਂ ਨੇ 37 ਟਿਕਟਾਂ ਚੱਕ ਕੇ ਉਹਨਾਂ ਨੂੰ ਦੇਤੀਆਂ ਜਿਹੜੇ ਕੈਪਟਨ ਅਮਰਿੰਦਰ ਸਿੰਘ ਜੀ ਦੀ ਪਾਰਟੀ ਦਾ ਕੋਈ ਕਾਡਰ ਨਹੀਂ, ਜਿਹਦੇ ਦਫ਼ਤਰ ਤੇ ਤਾਲਾ ਲੱਗਿਆ ਹੋਇਆ, ਕੋਈ ਉਹਨਾਂ ਦਾ ਉਮੀਦਵਾਰ ਨਹੀਂ। ਸਾਰੇ ਉਮੀਦਵਾਰ ਉਹ ਹੈ ਜਿਹੜੇ ਕਾਂਗਰਸ ਤੋਂ ਭਗੌੜੇ ਹੋ ਕੇ ਆਏ ਹੈ। ਸੋ ਮੈਂ ਹੈਰਾਨ ਹਾਂ ਵੀ ਉਹਨਾਂ ਨੂੰ 37 ਟਿਕਟਾਂ, ਜਿਹੜੇ ਢੀਂਡਸਾ ਸਾਹਿਬ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਪ੍ਰਧਾਨ ਹੈ, ਉਹਨਾਂ ਨੂੰ ਟਿਕਟਾਂ ਤਾਂ ਚੱਜ ਦੀਆਂ ਤਾਂ 1-2 ਦਿੱਤੀਆਂ, ਬਾਕੀ ਤਾਂ ਸਾਰੀਆਂ ਜ਼ਮਾਨਤ ਜ਼ਬਤ ਵਾਲੀਆਂ। ਜਿੱਤ ਜੇ ਜੋ ਢੀਂਡਸਾ ਸਾਹਿਬ ਕਿੰਨੀਆਂ ਟਿਕਟਾਂ ਜਿੱਤ ਜਾਣਗੇ? ਜੇ ਢੀਂਡਸਾ ਸਾਹਿਬ ਦੀ ਗੱਲ ਕਰਨੀ ਹੋਈ, ਟਿਕਟਾਂ ਉਹਨਾਂ ਨੇ ਲੈ ਲਈਆਂ, ਕੈਪਟਨ ਸਾਹਿਬ ਨੇ ਲੈ ਲਈਆਂ, ਬੀਜੇਪੀ ਵੀ ਉਹਦੀ ਟਿਕਟਾਂ ਲਏਗੀ, ਫਿਰ ਕਿੰਨੀਆਂ ਟਿਕਟਾਂ ਆ ਜਾਣਗੀਆਂ? ਚਲੋ ਆਲ ਓਵਰ ਗੱਲ ਕਰ ਲੈਣੇ, ਬੀਜੇਪੀ ਨੂੰ ਕਿੰਨੀਆਂ ਟਿਕਟਾਂ ਆ ਜਾਣਗੀਆਂ ਜੋ ਸਾਰਿਆਂ ਨੇ ਇੱਕ ਗੱਠਜੋੜ ਕੀਤਾ? ਦੇਖੋ ਪਹਿਲਾਂ ਤਾਂ ਜਿੱਥੋਂ ਤੱਕ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੀ ਗੱਲ ਹੈ, ਜਿਹੜਾ ਕਿ ਮੈਂ ਜਿਹਦਾ ਹਿੱਸਾ ਰਿਹਾ, ਮੈਂ ਤਾਂ ਅਰਦਾਸ ਬੇਨਤੀ ਕਰਦਾ ਸੱਚੇ ਪਾਤਸ਼ਾਹ ਨੂੰ ਕਿ ਪਰਮਿੰਦਰ ਢੀਂਡਸਾ ਜੀ ਦੀ ਸੀਟ ਆ ਜੇ। ਬਸ ਇੱਕੋ ਸੀਟ ਆਏਗੀ ਪਰਮਿੰਦਰ ਢੀਂਡਸਾ ਦੀ, ਬਾਕੀ ਨਹੀਂ। ਮੈਂ ਆਪਣੇ ਸਾਹਮਣੇ ਆ ਜਾਣਾ, ਮੈਨੂੰ ਕਹਿਣ ਦੀ ਕੀ ਲੋੜ ਹੈ? ਮੈਂ ਕਿਸੇ ਦੀ ਉਹ ਕਰਾਂ? ਮੈਂ ਤਾਂ ਕਹਿੰਦਾ ਵੀ ਜੋ ਮਹਾਰਾਜ ਦੇ ਸਾਹਮਣੇ ਕਚਹਿਰੀ 'ਚ ਹੋਊਗਾ ਉਹ ਤਾਂ ਸਾਰੀ ਦੁਨੀਆ ਨੇ ਸਾਹਮਣੇ ਦੇਖਣਾ, ਆਪਾਂ ਨੂੰ ਪਤਾ ਲੱਗ ਹੀ ਜਾਣਾ। ਅੱਛਾ, ਹੁਣ ਢੀਂਡਸਾ ਸਾਹਿਬ ਦੀ ਗੱਲ ਕਰੀਏ, ਜਿੰਨੀਆਂ ਉਹਨਾਂ ਨੇ ਸੀਟਾਂ ਲਈਆਂ ਨੇ, ਜੋ ਸੀਟਾਂ ਦੇ ਟਿਕਟਾਂ ਦਿੱਤੀਆਂ ਗਈਆਂ ਨੇ ਉਹ ਬਿਲਕੁਲ ਸਹੀ ਦਿੱਤੀਆਂ ਨੇ। ਦੇਖੋ ਟਿਕਟਾਂ ਤਾਂ ਦੇਖੋ, ਗੱਲ ਤਾਂ ਇਹ ਸੀ ਵੀ ਪਾਰਟੀ ਦਾ ਨਵਾਂ ਚੋਣ ਨਿਸ਼ਾਨ ਸੀ, ਟੈਲੀਫੋਨ ਚੋਣ ਨਿਸ਼ਾਨ ਸੀ। ਪਾਰਟੀ ਦੇ ਮਾਹੌਲ ਦੇ ਵਿੱਚ ਵੀ ਦੇਖੋ, ਪਿੰਡਾਂ ਦੇ ਵਿੱਚ ਭਾਜਪਾ ਦੇ ਕੋਈ ਬਹੁਤਾ ਚੰਗਾ ਮਾਹੌਲ ਨਹੀਂ ਹੈ। ਹੁਣ ਗੱਲ ਸਿਰਫ ਇੰਨੀ ਹੈ ਕਿ ਨਵੇਂ ਚੋਣ ਨਿਸ਼ਾਨ ਦੇ ਵਿੱਚ ਇਲੈਕਸ਼ਨ ਲੜਿਆ ਜਾ ਰਿਹਾ ਹੈ, ਤੇ ਮੈਂ ਤਾਂ ਮੰਨਦਾ ਵੀ ਦਲੇਰ ਇਨਸਾਨ ਨੇ ਜਿਹੜੇ ਪਾਰਟੀ ਦੇ ਚੋਣ ਨਿਸ਼ਾਨ ਨਵੇਂ ਚੋਣ ਨਿਸ਼ਾਨ 'ਤੇ ਲੜ ਰਹੇ ਨੇ, ਦਲੇਰ ਇਨਸਾਨ ਨੇ। ਤੇ ਬਾਕੀ ਮੈਂ ਤਾਂ ਇਹ ਕਹੂੰਗਾ ਕਿ ਚਲੋ ਇਹ ਤਾਂ ਹੁਣ ਸੱਚੇ ਪਾਤਸ਼ਾਹ ਨੂੰ ਪਤਾ ਹੈ ਵੀ ਕੀ ਹੈ, ਕਿੱਧਰਲੇ ਪਾਸੇ ਹੋਣਾ ਹੈ। ਪਰ ਮੈਂ ਤਾਂ ਫਿਰ ਵੀ ਇਹ ਕਹਿਣਾ ਵੀ ਪਰਮਿੰਦਰ ਢੀਂਡਸਾ ਜੀ ਚੰਗੇ ਇਨਸਾਨ ਨੇ, ਮੈਂ ਉਹਨਾਂ ਨਾਲ ਰਿਹਾ, ਮੈਨੂੰ ਕੋਈ ਇੱਕ ਵੀ ਸ਼ਬਦ ਉਹਨਾਂ ਦੇ ਖਿਲਾਫ ਕਹਿਣ ਨੂੰ ਮੇਰੇ ਕੋਲ ਨਹੀਂ ਹੈ। ਸੁਖਬੀਰ ਸਿੰਘ ਬਾਦਲ ਨਾਲ ਰਹੇ ਹੋ 20 ਸਾਲ, ਤੁਸੀਂ ਉਹਨਾਂ ਖਿਲਾਫ ਬੜਾ ਬੋਲਦੇ ਹੋ। ਜਦੋਂ ਇੰਟਰਵਿਊ ਕੀਤਾ ਤੁਸੀਂ ਚਿੱਟੇ ਦੀ ਗੱਲ ਕੀਤੀ, ਤੁਸੀਂ ਰੇਤਾ ਦੀ ਗੱਲ ਕੀਤੀ ਉਸ ਸਮੇਂ, ਉਹ ਫਿਰ ਚੰਗੇ ਨੇ? ਨਹੀਂ, ਤੇ ਮੈਂ ਤਾਂ ਅੱਜ ਵੀ ਕਹਿੰਦਾ
ਮੈਂ ਚਿੱਟਾ ਰੇਤਾ ਇਹਦੇ 'ਚ ਮੈਂ ਤਾਂ ਕਹਿੰਦਾ ਵੀ ਮੈਂ ਇਕੱਲਾ ਬੋਲਦਾ, ਸਾਰੇ ਪੰਜਾਬ 'ਚ ਨਹੀਂ ਬੋਲਦੇ ਲੋਕ। ਤੁਸੀਂ ਦੇਖੋ ਭਗਵੰਤ ਮਾਨ ਜੀ ਤੋਂ ਲੈ ਕੇ ਸਾਰੇ ਲੀਡਰ ਨਹੀਂ ਬੋਲਦੇ। ਇਹ ਦੇਖੋ ਜਿਹੜਾ ਜੋ ਅੱਜ ਕੱਲ੍ਹ ਦਾ ਜਿਹੜਾ ਯੁੱਗ ਹੈ ਨਾ, ਇਹ ਸੋਸ਼ਲ ਮੀਡੀਆ ਦਾ ਯੁੱਗ ਹੈ। ਪਹਿਲਾਂ ਕੀ ਹੁੰਦਾ ਸੀ, ਪ੍ਰੈਸ ਵੀ ਸਾਈਡ ਲੈ ਲੈਂਦੀ ਸੀ, ਪ੍ਰੈਸ ਦੇ ਵੀ ਇੱਕ ਧੜੇ ਬਣ ਜਾਂਦੇ ਸੀ। ਲੇਕਿਨ ਅੱਜ ਦੇ ਯੁੱਗ ਦੇ ਵਿੱਚ ਸੱਚਾਈ ਛੁਪਾਉਣੀ ਇੰਨੀ ਔਖੀ ਹੈ। ਇਹ ਭਾਈ ਸਾਹਿਬ ਇੱਥੇ ਕੋਈ ਟਕਿਆ ਨਹੀਂ ਰਹਿੰਦਾ, ਕੋਈ ਛੁਪਿਆ ਨਹੀਂ ਰਹਿੰਦਾ। ਇੱਥੇ ਇਹ ਇੱਕ ਚੀਜ਼ ਲੋਕਾਂ ਦੀ ਕਚਹਿਰੀ ਵਿੱਚ ਨੰਗੀ ਹੈ। ਅੱਛਾ, ਹੁਣ ਤੁਸੀਂ ਛੱਡੀ, ਹੁਣ ਪਾਰਟੀ ਨੂੰ ਛੱਡ ਦਿੱਤਾ ਢੀਂਡਸਾ ਸਾਹਿਬ ਦੀ। ਸਵਾਲ ਇਹ ਵੀ ਹੈ ਤੁਹਾਡੇ ਤੇ ਕਿ ਤੁਹਾਨੂੰ ਟਿਕਟ ਨਹੀਂ ਦਿੱਤੀ ਗਈ ਮੋਹਾਲੀ ਤੋਂ, ਇਹ ਗੱਲ ਸਹੀ ਹੈ ਤਾਂ ਪਾਰਟੀ ਛੱਡੀ ਹੈ? ਨਹੀਂ ਜੀ, ਬਿਲਕੁਲ ਨਹੀਂ। ਕਿਉਂਕਿ ਤੁਹਾਡਾ ਵੀ ਕਿਤੇ ਨਾ ਕਿਤੇ ਜ਼ਿਕਰ ਹੁੰਦਾ ਸੀ ਮੋਹਾਲੀ ਟਿਕਟ ਤੋਂ ਵੀ ਤੁਹਾਨੂੰ ਟਿਕਟ ਮਿਲੂਗੀ। ਮੈਂ ਤਾਂ ਇਹ ਕਿਹਾ ਹੈ ਕਿ ਮੈਂ ਇੰਟਰਵਿਊ 'ਚ ਉਹਨਾਂ ਨੇ ਪੁੱਛਿਆ ਸੀ, ਮੈਂ ਕਿਹਾ ਮੈਂ ਮਹਾਰਾਜ ਦੇ ਭਾਣੇ 'ਚ ਰਹਿਣ ਵਾਲਾ ਇਨਸਾਨ ਹੈ ਕਿ ਮੈਨੂੰ ਤਾਂ ਇਹ ਕੀ ਪਤਾ ਹੈ ਕਿ ਵਾਹਿਗੁਰੂ ਨੇ ਬਚਾ ਲਿਆ, ਇਹਦਾ ਕੀ ਪਤਾ ਹੈ ਵੀ ਆਪਦੀ ਕੁੱਲੀ 'ਚੋਂ ਸਾਰਾ ਕੁਝ ਲੁਟਾ ਕੇ ਤੇ ਆਪਦਾ ਸਭ ਕੁਝ ਗਵਾ ਨਾ ਲੈਂਦੇ ਇਹੋ ਜਿਹੇ ਮਾਹੌਲ 'ਚ। ਸੋ ਇਹਦਾ ਕੋਈ ਇਹ ਮੈਂ ਤਾਂ ਇਹ ਮੰਨਦਾ ਵੀ ਢੀਂਡਸਾ ਸਾਹਿਬ ਲੜੇ ਹੋਣਗੇ ਮੇਰੀ ਟਿਕਟ ਵਾਸਤੇ, ਮੈਨੂੰ ਤਾਂ ਹੁਣ ਪਤਾ ਨਹੀਂ, ਪਰ ਮੈਂ ਜੋ ਸਮਝਦਾ ਉਹਨਾਂ ਨੇ ਕਿਹਾ ਹੈ ਕਿ ਮੈਂ ਤੁਹਾਡੀ ਟਿਕਟ ਲਈ ਲੜਿਆ ਹੈ, ਉਹਨਾਂ ਦੇ ਮਤਲਬ ਬੰਦਿਆਂ ਨੇ ਕਿਹਾ ਕਿ ਢੀਂਡਸਾ ਸਾਹਿਬ ਲੜੇ ਹੈ। ਮੈਂ ਮੰਨਦਾ ਕਿ ਉਹ ਲੜੇ ਹੋਣਗੇ। ਟਿਕਟਾਂ ਆਉਂਦੀਆਂ ਜਾਂਦੀਆਂ ਨਹੀਂ ਵੀ ਮਿਲਦੀਆਂ, ਕੋਈ ਫਰਕ ਨਹੀਂ ਪੈਂਦਾ। ਲੇਕਿਨ ਇੱਕ ਗੱਲ ਇਹ ਹੈ ਕਿ ਜਦੋਂ ਆਪਾਂ ਬੀਜੇਪੀ ਨਾਲ ਕੀਤਾ ਤਾਂ ਮੈਂ ਓਪਨਲੀ ਇੰਟਰਵਿਊਆਂ 'ਚ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਹੋਊਗੀ, ਪੰਜਾਬ ਦਾ ਫਾਇਦਾ ਹੋਊਗਾ ਤੇ ਵੀ ਬੀਜੇਪੀ ਪੰਜਾਬ ਦੇ ਲਈ ਵੱਡਾ ਪੈਕੇਜ ਅਨਾਉਂਸ ਕਰੂਗੀ। ਉਹ ਜਦੋਂ ਚੋਣ ਜਾਬਤਾ ਲੱਗ ਗਿਆ, ਜਦੋਂ ਕੱਖ ਹੋ ਨਹੀਂ ਸੀ ਰਿਹਾ, ਮਤਲਬ ਫਿਰ ਹੈਰਾਨੀ ਹੋਣ ਲੱਗੀ। ਹੁਣ ਢੀਂਡਸਾ ਸਾਹਿਬ ਫਿਰ ਮਿਲ ਕੇ ਆਏ ਨੇ, ਕਹਿ ਰਹੇ ਨੇ ਕਿ ਬੰਦੀ ਸਿੰਘਾਂ ਦੀ ਰਿਹਾਈ ਹੋ ਸਕਦੀ ਹੈ, ਲੇਕਿਨ ਮੈਨੂੰ ਤਾਂ ਲੱਗਦਾ ਨਹੀਂ ਵੀ ਹੋਊਗੀ। ਅੱਛਾ, ਹੁਣ ਜਿਵੇਂ ਤੁਸੀਂ ਬੰਦੀ ਸਿੰਘਾਂ ਦੀ ਰਿਹਾਈ ਦਾ ਜ਼ਿਕਰ ਕਰ ਰਹੇ ਹੋ, ਫਿਰ ਪ੍ਰੋਫੈਸਰ ਦਵਿੰਦਰ ਸਿੰਘ ਭੁੱਲਰ ਦੀ ਵੀ ਫਾਈਲ ਉੱਥੇ ਪਈ ਹੈ, ਉਸ ਉੱਪਰ ਵੀ ਆਮ ਆਦਮੀ ਪਾਰਟੀ ਨੂੰ ਲਗਾਤਾਰ ਸਵਾਲ ਹੁੰਦੇ ਨੇ, ਫਿਰ ਉਹ ਕਿਉਂ ਨਹੀਂ ਕਰਦੇ? ਦੇਖੋ ਐਵੇਂ ਗਲਤ ਗੱਲਾਂ ਹੈ। ਜਿਹੜਾ ਆਮ ਆਦਮੀ ਦੀ ਪਾਰਟੀ ਦੀ ਸਰਕਾਰ ਹੈ ਦਿੱਲੀ ਦੀ, ਉਹਦੇ ਵਿੱਚ ਜਿਹੜਾ ਹੋਮ ਪੋਰਟਫੋਲੀਓ ਹੈ ਉਹ ਸੈਂਟਰ ਕੋਲ ਹੈ। ਉੱਥੇ ਇੱਕ ਬੋਰਡ ਬਣਿਆ ਹੋਇਆ ਹੈ, ਉਸ ਬੋਰਡ ਦੇ ਜਿਹੜਾ ਅਖਤਿਆਰਾਤ ਹੈ, ਜਿਹੜੇ ਉਹਨਾਂ ਦੇ ਮੈਂਬਰ ਹੈ। ਹੁਣ ਮੈਂ ਹੈਰਾਨ ਹੈ, ਬਾਦਲ ਸਾਹਿਬ ਵਰਗੇ, ਵੱਡੇ ਬਾਦਲ ਸਾਹਿਬ ਵਰਗੀ ਸ਼ਖਸੀਅਤ, ਉਹਨਾਂ ਨੇ ਬਿਆਨ ਦਿੱਤਾ ਕਿ ਪ੍ਰੋਫੈਸਰ ਦਵਿੰਦਰਪਾਲ ਭੁੱਲਰ ਨੂੰ ਵੀ ਆਪਣੇ ਪਰਿਵਾਰ 'ਚ ਰਹਿਣ ਦਾ ਮੌਕਾ ਦਿੱਤਾ ਜਾਵੇ, ਜਦ ਕਿ ਮੈਨੂੰ ਪਤਾ ਲੱਗਿਆ ਕਿ ਉਹ ਪੈਰੋਲ 'ਤੇ ਨੇ ਇਸ ਟਾਈਮ। ਉਹ ਤਾਂ ਪਹਿਲਾਂ ਹੀ ਪਰਿਵਾਰ 'ਚ ਰਹਿ ਰਹੇ ਨੇ, ਉਹਨਾਂ ਨੂੰ ਆਪਣਾ ਦੇਖਣਾ ਨਹੀਂ ਚਾਹੀਦਾ। ਸਿਰਫ ਪਾਰਟੀਬਾਜ਼ੀ ਕਰਕੇ, ਸਿਰਫ ਜਾਣ ਕੇ ਇੱਕ ਤਬਕੇ ਨੂੰ ਉਲਟ ਕਰਨ ਲਈ ਵੱਡੇ ਬਾਦਲ ਸਾਹਿਬ ਇਹੋ ਜਿਹਾ ਬਿਆਨ ਦੇ ਰਹੇ ਨੇ, ਜਦ ਕਿ ਉਹਨਾਂ ਨੂੰ ਸਥਿਤੀ ਨਹੀਂ ਪਤਾ ਕਿ ਉਹ ਤਾਂ ਪੈਰੋਲ 'ਤੇ ਆਪਣੇ ਪਰਿਵਾਰ ਕੋਲ ਰਹਿ ਰਹੇ ਨੇ ਦਵਿੰਦਰਪਾਲ ਭੁੱਲਰ। ਸੋ ਕਹਿਣ ਦਾ ਮਤਲਬ ਹੈ ਕਿ ਬਾਈ ਜੀ, ਸ਼੍ਰੋਮਣੀ ਅਕਾਲੀ ਦਲ ਭੱਜ ਗਿਆ ਹੈ ਪੰਥਕ ਇਸ਼ੂਜ਼ ਤੋਂ, ਲੇਕਿਨ ਆਮ ਆਦਮੀ ਪਾਰਟੀ, ਤੁਸੀਂ ਹੈਰਾਨ ਹੋ ਜਾਓਗੇ, ਕੇਜਰੀਵਾਲ ਸਾਹਿਬ ਔਰ ਭਗਵੰਤ ਮਾਨ ਜੀ ਉਹ ਇਸ਼ੂਆਂ ਨੂੰ ਸਾਰਿਆਂ ਨੂੰ ਹੱਲ ਕਰਨਗੇ। ਮੈਂ ਤਾਂ ਕਹਿੰਦਾ ਜਿੰਨੇ ਪੰਥਕ ਲੋਕ ਹੈ ਉਹਨਾਂ ਨੂੰ ਆਮ ਆਦਮੀ ਜੁਆਇਨ ਕਰਨੀ ਚਾਹੀਦੀ ਹੈ। ਆਮ ਆਦਮੀ ਹੀ ਪਾਰਟੀ ਹੈ ਜਿਹੜੀ ਸਾਦਗੀ ਨੂੰ ਪਸੰਦ ਕਰਦੀ ਹੈ, ਜਿਹੜੀ ਜਿਹੜਾ VIP ਕਲਚਰ ਨੂੰ ਨਹੀਂ ਪਸੰਦ ਕਰਦੀ। ਸੋ ਮੈਂ ਤਾਂ ਕਹਿੰਦਾ ਅਸਲੀ ਧਾਰਨੀ ਹੀ ਇਹ ਹੈ। ਭਗਵੰਤ ਮਾਨ ਦਾ ਫੋਨ ਆਇਆ ਸੀ ਪਾਰਟੀ ਜੁਆਇਨ ਕਰਵਾਉਣ ਵਾਸਤੇ ਕਿ ਤੁਸੀਂ ਆਪ ਹੀ ਜੁਆਇਨ ਕੀਤੀ ਹੈ? ਇਹ ਗੱਲਾਂ ਹੁਣ ਨਹੀਂ ਪਤਾ ਲੱਗਿਆ ਹੈ ਵੀ ਭਗਵੰਤ ਮਾਨ ਸਾਹਿਬ ਦਾ ਤੁਹਾਨੂੰ ਫੋਨ ਆਇਆ, ਪਿਛਲੇ ਕਈ ਦਿਨਾਂ ਤੋਂ ਫੋਨ ਕਰਦੇ ਸੀ। ਉਹ ਕਹਿੰਦੇ ਹੈ ਸੋਨਾ ਆਪ ਬੁਲਾਵੇ ਤਾਂ ਬੋਲ ਪਈਏ, ਪੱਲਾ ਨੱਸ ਕੇ ਫੜਿਆ ਤਾਂ ਕੀ ਫੜਿਆ। ਇਹ ਹੁਣ ਮੈਂ ਨਹੀਂ ਦੱਸਣਾ ਕਿਹਦਾ ਫੋਨ ਆਇਆ ਜਾਂ ਕੀ ਹੈ। ਮੈਂ ਤਾਂ ਇਹ ਕਹੂੰਗਾ ਵੀ ਮੈਂ ਤਾਂ ਇੱਕ ਗਰੀਬ ਸਿੱਖ ਇਨਸਾਨ ਹੈ, ਮੈਨੂੰ ਤਾਂ ਮਾਣ ਦਿੱਤਾ ਹੈ ਭਗਵੰਤ ਸਾਹਿਬ ਨੇ ਜੁਆਇਨ ਕਰਾ ਕੇ, ਮੇਰੇ ਜਿਹੜਾ ਪੱਲਾ ਪਾਇਆ ਆਮ ਆਦਮੀ ਦਾ, ਇਹ ਬਹੁਤ ਉਹਨਾਂ ਦੀ ਗ੍ਰੇਟਨੈਸ ਹੈ, ਰਾਘਵ ਚੱਡਾ ਜੀ ਦੀ ਗ੍ਰੇਟਨੈਸ ਹੈ, ਕੁਲਵੰਤ ਸਿੰਘ ਦੀ ਗ੍ਰੇਟਨੈਸ ਹੈ। ਮੈਂ ਤਾਂ ਕਹਿੰਦਾ ਵੀ ਬਹੁਤ ਮੈਂ ਗਦਗਦ ਹੈ। ਅੱਛਾ ਚਲੋ ਇਹ ਦੱਸੋ ਕਿ ਬ੍ਰਹਮਪੁਰਾ ਸਾਹਿਬ, ਢੀਂਡਸਾ ਸਾਹਿਬ, ਸੇਵਾ ਸਿੰਘ ਸੇਖਵਾਂ ਇਸ ਦੁਨੀਆ ਵਿੱਚ ਨਹੀਂ ਰਹੇ, ਜਾਂ ਬਾਕੀ ਹੋਰ ਜਿਹੜੇ ਇਕੱਠੇ ਹੋਏ ਸੀ ਟਕਸਾਲੀ, ਕਦੇ ਇਹਨਾਂ ਨੇ ਜ਼ਿਕਰ ਕੀਤਾ ਵੀ ਮੀਟਿੰਗ ਦੇ ਵਿੱਚ ਗਲਤੀ ਹੋ ਗਈ ਹੈ, ਅਸੀਂ ਅਲੱਗ ਪਾਰਟੀ ਬਣਾਈ ਹੈ, ਕੋਈ ਹੋਰ ਪਲੇਟਫਾਰਮ ਲੱਭੀਏ ਜਾਂ ਵਾਪਸ ਸ਼੍ਰੋਮਣੀ ਅਕਾਲੀ ਦਲ ਵਿੱਚ ਜਾਈਏ? ਦੇਖੋ ਸੇਖਵਾਂ ਸਾਹਿਬ ਨੂੰ ਤਾਂ ਬੜਾ ਪਹਿਲਾਂ ਹੀ ਇਲਮ ਹੋ ਗਿਆ ਸੀ ਕਿ ਕੀ ਹੋਣ ਜਾ ਰਿਹਾ ਹੈ। ਉਹ ਇੱਕ ਬੜੇ ਮੰਝੇ ਹੋਏ ਸਿਆਸਤਦਾਨ ਸੀ, ਉਹ ਪਹਿਲਾਂ ਹੀ ਆਮ ਆਦਮੀ 'ਚ ਆ ਗਏ ਸੀ, ਉਹ ਪਹਿਲਾਂ ਆ ਗਏ ਸੀ। ਲੇਕਿਨ ਜਿਹੜੀ ਗੱਲ ਤੁਸੀਂ ਕਹਿੰਦੇ ਹੋ ਨਾ ਕਿ ਕਦੇ ਪਾਰਟੀ ਨੇ ਇਹ ਡਿਸਕਸ ਕੀਤਾ, ਕਿ ਉਹ ਕੋਰ ਕਮੇਟੀ ਦਾ ਵੀ ਮੈਂ ਮੈਂਬਰ ਸੀ,
ਬਾਈ ਜੀ ਇੱਕ ਗੱਲ ਹੈ ਕਿ ਜਦੋਂ ਕੋਈ ਇਨਸਾਨ ਕੋਈ ਫੈਸਲਾ ਲੈ ਕੇ ਉਸ ਫੈਸਲੇ ਤੇ ਫਿਰ ਪਲਟ ਕੇ ਫਿਰ ਦੁਬਾਰਾ ਚਲਿਆ ਜਾਂਦਾ ਹੈ, ਇਹਦਾ ਮਤਲਬ ਉਹਨੂੰ ਗਲਤੀ ਦਾ ਅਹਿਸਾਸ ਹੀ ਹੋ ਰਿਹਾ। ਇਹੀ ਆਪਾਂ ਕਵਾਂਗੇ ਵੀ ਨਹੀਂ, ਤੁਹਾਡੀ ਕੋਲ ਕਮੇਟੀ ਵਿੱਚ ਹੁੰਦਾ, ਮੀਟਿੰਗਾਂ ਦੇ ਵਿੱਚ ਹੋਇਆ ਸੀ? ਜੇ ਇਹ ਗੱਲ ਕਹਿੰਦੇ ਤੇ ਅਸੀਂ ਉਹਨਾਂ ਨੂੰ ਉੱਥੇ ਹੀ ਰੋਕ ਨਾ ਦਿੰਦੇ ਕਿ ਕਿਹੋ ਜੀ ਗੱਲ ਕਰ ਰਹੇ ਹੋ ਤੁਸੀਂ। ਅਸੀਂ ਆਪਦਾ ਸਭ ਕੁਝ ਛੱਡ ਕੇ ਆਏ ਆ ਤੇ ਤੁਸੀਂ ਇਹੋ ਜੀ ਗੱਲ ਕਰਕੇ ਕੀ ਸਾਬਤ ਕਰਨਾ ਚਾਹੁੰਦੇ ਹੋ? ਅਸੀਂ ਜਦੋਂ ਕੱਟੜ ਖੜੇ ਆ, ਮੇਰਾ ਤਾਇਆ ਉਹ ਜਿਹੜਾ ਲੰਬੀਓਂ ਲੜ ਰਿਹਾ ਹੈ, ਮੇਰਾ ਭਰਾ ਮੁੱਖ ਮੰਤਰੀ ਬਣਨ ਵਾਸਤੇ ਚਾਹੁੰਦਾ ਹੈ, ਮੈਂ ਉਹਨਾਂ ਨੂੰ ਛੱਡ ਕੇ ਉਹਨਾਂ ਦੇ ਖਿਲਾਫ ਪ੍ਰਚਾਰ ਕਰ ਰਿਹਾ। ਮੈਂ ਲੰਬੀ 'ਚ ਜਾ ਕੇ ਖੁੱਡੀਆਂ ਸਾਹਿਬ ਦਾ ਪ੍ਰਚਾਰ ਕਰੂੰਗਾ, ਆਮ ਆਦਮੀ ਪਾਰਟੀ ਦਾ। ਮੈਂ ਲੰਬੀ 'ਚ ਵੀ ਵੱਡੇ ਬਾਦਲ ਸਾਹਿਬ ਦੇ ਖਿਲਾਫ ਬੋਲੂੰਗਾ। ਤੇ ਮੈਂ ਕੋਈ ਕਮਲਾ ਹੈ ਵੀ ਅਸੀਂ ਤਾਂ ਐਡਾ ਸਟੈਂਡ ਲਈ ਬੈਠੇ ਹੋਈਏ ਤੇ ਕੋਈ ਲੋਕ ਆ ਕੇ ਆਖਣ, ਜਿਹੜੇ ਪ੍ਰਧਾਨਗੀਆਂ ਹੰਢਾਰੇ ਹੈ ਉਹ ਕਹਿਣ ਵੀ ਆ ਜਾਓ ਜੀ ਵਾਪਸ ਚੱਲੀਏ, ਹੁਣ ਤਾਂ ਜੀ ਗੱਲ ਬਣੀ ਨਹੀਂ ਜੀ, ਗੱਲ ਬਣੀ ਨਹੀਂ। ਅੱਛਾ, ਤੁਹਾਡੀ ਕਿਤੇ ਟਸਲੇ ਵੀ ਰਹੀ ਸੀ ਕਿ ਮਜੀਠੀਆ ਸਾਹਿਬ ਤੁਹਾਡੇ ਤੋਂ ਬਾਅਦ ਆਉਂਦੇ ਨੇ ਤੇ ਇੰਨਾ ਆ ਕੇ ਉਹਨਾਂ ਨੇ ਜਗ੍ਹਾ ਬਣਾ ਲਈ ਪਾਰਟੀ ਦੇ ਵਿੱਚ, ਤੁਹਾਨੂੰ ਉਹ ਜਗ੍ਹਾ ਨਹੀਂ ਦਿੱਤੀ ਗਈ? ਦੇਖੋ ਮੇਰੀ ਇਹ ਨਹੀਂ ਸੀ ਤਸਲ, ਮੈਂ ਤਾਂ ਸਿਰਫ ਇੱਕ ਗੱਲ ਮਹਿਸੂਸ ਕਰਦਾ, ਅੱਜ ਵੀ ਕਰਦਾ, ਕਿ ਦੇਖੋ ਜਿਵੇਂ ਹੁਣ ਮਜੀਠੀਆ ਸਾਹਿਬ ਹੈ ਜਾਂ ਮੈਂ ਹਾਂ, ਮਜੀਠੀਆ ਸਾਹਿਬ ਦੀ ਰਿਸ਼ਤੇਦਾਰੀ ਹੈ ਨਜ਼ਦੀਕੀ ਸੁਖਬੀਰ ਬਾਦਲ ਨਾਲ। ਹੁਣ ਜਿਹੜਾ ਆਮ ਕੋਈ ਅਕਾਲੀ ਦਲ ਦਾ ਲੀਡਰ ਹੈ ਜਾਂ ਆਮ ਅਕਾਲੀ ਦਲ ਦਾ ਵਰਕਰ ਹੈ, ਉਹ ਮਜੀਠੀਆ ਸਾਹਿਬ ਤੋਂ ਪਾਸੇ ਦੀ ਤਾਂ ਨਹੀਂ ਹੋ ਸਕਦਾ, ਕਿਉਂ ਕਰਕੇ ਮਜੀਠੀਏ ਦੀ ਤਾਂ ਸਕੀ ਭੈਣ ਮੈਰਿਡ ਹੈ ਅਕਾਲੀ ਦਲ ਪ੍ਰਧਾਨ ਨੂੰ, ਸੁਖਬੀਰ ਬਾਦਲ ਜੀ ਨੂੰ। ਇਹ ਤਾਂ ਹੁਣ ਮਜੀਠੀਏ ਨੂੰ ਗ੍ਰੇਸ ਚਾਹੀਦੀ ਹੈ ਕਿ ਮੈਂ ਸਭ ਨੂੰ ਨਾਲ ਲੈ ਕੇ ਚੱਲਾਂ। ਇਹ ਗ੍ਰੇਸ ਤਾਂ ਮਜੀਠੀਆ ਜੀ 'ਚ ਚਾਹੀਦੀ ਹੈ ਕਿ ਯਾਰ ਜੇ ਮੈਂ ਇਹੋ ਜਿਹੀ ਪੋਜੀਸ਼ਨ 'ਚ ਹਾਂ ਅੱਜ ਆਪਦੀ ਰਿਸ਼ਤੇਦਾਰੀ ਕਰਕੇ, ਤਾਂ ਮੈਂ ਘੱਟੋ ਘੱਟ ਕਿਸੇ ਦਾ ਮਨ ਨਾ ਦਿਖਾਵਾਂ, ਕਿਸੇ ਨੂੰ ਇਹ ਨਾ ਲੱਗੇ। ਜੇ ਉਹ ਆਪਣੇ ਆਪ ਨੂੰ ਇਹ ਸਮਝਣ ਵੀ ਮੇਰੇ ਤਾਂ ਗੁਣੀ ਬਹੁਤ ਨੇ, ਸ਼ਾਇਦ ਮੇਰੇ ਤਾਂ ਕਾਬਲੀਅਤ ਹੀ ਬਹੁਤ ਜ਼ਿਆਦਾ ਹੈ, ਇਹ ਜਿਹੜੇ ਲੋਕ ਮੇਰੇ ਦਰਵਾਜ਼ੇ ਤੇ ਬਹਿੰਦੇ ਹੈ ਇਹ ਇਸ ਕਰਕੇ ਬਹਿੰਦੇ ਆ ਵੀ ਮੈਂ ਮਜੀਠੀਆ ਬਹੁਤ ਕਾਬਲ ਹੈ, ਇਸ ਕਰਕੇ ਨਹੀਂ ਬਹਿੰਦੇ। ਇਸ ਕਰਕੇ ਬਹਿੰਦੇ ਆ ਵੀ ਤੁਹਾਡੀ ਸਿਸਟਰ ਹੈ ਜਿਹੜੀ ਅਕਾਲੀ ਦਲ ਪ੍ਰਧਾਨ ਨੂੰ ਵਿਆਹੀ ਹੋਈ, ਉਹਨਾਂ ਬਿਨਾਂ ਕੋਈ ਵਜੂਦ ਨਹੀਂ ਗਾ ਉਹਨਾਂ ਦਾ। ਮੈਂ ਤਾਂ ਕਹਿੰਦਾ ਜੇ ਮਜੀਠੀਆ ਸਾਹਿਬ ਨੂੰ ਪੁੱਛ ਲਓ, ਉਹੀ ਸੱਚ ਦੱਸ ਦੇਣਗੇ ਵੀ ਕੀ ਵਜੂਦ ਹੈ। ਜੋ ਡਰੱਗ ਮਾਮਲਾ ਇਸ ਸਮੇਂ ਚੱਲਦਾ ਪਿਆ, ਕੋਰਟ ਕਚਹਿਰੀ ਦੇ ਚੱਕਰ ਲਗਾ ਦੇ ਮਜੀਠੀਆ ਸਾਹਿਬ, ਤੁਸੀਂ ਵੀ ਕਹਿ ਰਹੇ ਸੀ ਇੰਟਰੋ ਦੇ ਵਿੱਚ, ਹੁਣ ਕਿਵੇਂ ਦੇਖਦੇ ਹੋ ਇਹਨੂੰ? ਮੈਂ ਤਾਂ ਇਹੀ ਦੇਖਦਾ ਹਾਂ ਕਿ ਦੇਖੋ ਕੇਸ ਦਰਜ ਹੋਇਆ, ਥੱਲੜੀ ਕੋਰਟ ਨੇ ਰਿਜੈਕਟ ਕੀਤਾ ਬੇਲ, ਹਾਈ ਕੋਰਟ ਨੇ ਰਿਜੈਕਟ ਕੀਤੀ ਬੇਲ, ਸੁਪਰੀਮ ਕੋਰਟ ਨੇ 20 ਦਿਨਾਂ ਦਾ ਟਾਈਮ ਦਿੱਤਾ। ਜੇ ਕੇਸ ਸੀਰੀਅਸ ਨਾ ਹੋਵੇ ਤਾਂ ਇੰਨੀਆਂ ਕੋਰਟਾਂ ਦੀ ਸਕਰੂਟਨੀ ਦੇ ਥਰੂ ਕਿਉਂ ਉਹ, ਜੇ ਕੋਈ ਮੁੱਦਾ ਹੈਗਾ ਤਾਂ ਹੀ ਕੋਰਟਾਂ ਰਿਜੈਕਟ ਕਰ ਰਹੀਆਂ। ਜੇ ਫ੍ਰਿਵਲਸ ਕੇਸ ਹੈ ਜਾਂ ਬਿਲਕੁਲ ਝੂਠਾ ਕੇਸ ਹੈ, ਫਿਰ ਹਾਈ ਕੋਰਟ ਦੇ ਜਸਟਿਸ ਹੈ ਜਿਹੜੇ, ਜਾਂ ਮੋਹਾਲੀ ਕੋਰਟ ਦੇ ਜਿਹੜੇ ਜਸਟਿਸ ਹੈ, ਜਾਂ ਸੁਪਰੀਮ ਕੋਰਟ ਦੇ ਇਹ ਕਹਿ ਰਹੇ ਹੈ 20 ਦਿਨ ਤੁਸੀਂ ਇਲੈਕਸ਼ਨ ਦੇ ਵਾਸਤੇ ਤੁਹਾਨੂੰ ਰਾਹਤ ਦਿੱਤੀ ਹੈ ਤੇ 23 ਤਰੀਕ ਨੂੰ ਤੁਸੀਂ ਜੱਜ ਦੇ ਸਾਹਮਣੇ ਸਰੈਂਡਰ ਕਰਨਾ। ਜੇ ਸੀਰੀਅਸ ਨਾ ਹੋਵੇ ਤਾਂ ਫਿਰ ਕਿਉਂ? ਨਵਜੋਤ ਸਿੰਘ ਸਿੱਧੂ ਦੇ ਖਿਲਾਫ ਮਜੀਠੀਆ ਸਾਹਿਬ ਲੜਦੇ ਨੇ, ਕੈਪਟਨ ਸਾਹਿਬ ਦਾ ਬਿਆਨ ਆਉਂਦਾ ਇੱਕ, ਕਹਿੰਦੇ ਨੇ ਕਿ ਮੈਂ ਇੱਕ ਇਹੋ ਜਿਹਾ ਉਮੀਦਵਾਰ ਖੜਾ ਕਰੂੰਗਾ ਜੋ ਸਿੱਧੂ ਨੂੰ ਹਰਾ ਦਊਗਾ। ਦੂਸਰੇ ਪਾਸੇ ਮਜੀਠੀਆ ਚਲੇ ਗਏ ਨੇ, ਕਿਵੇਂ ਦੇਖਦੇ ਹੋ ਇਸ ਤਾਲਮੇਲ ਨੂੰ? ਮੈਨੂੰ ਤਾਂ ਬਹੁਤ ਪਹਿਲਾਂ ਦਾ ਹੀ ਇਹ ਗੱਲ ਪਤਾ ਹੈ, ਮੈਂ ਤਾਂ ਛੱਤ ਤੇ ਖੜਾ ਹੋ ਕੇ ਰੌਲਾ ਪਾਇਆ ਸੀ ਇਸ ਗੱਲ ਬਾਰੇ ਵੀ ਇਹ ਇਕੱਠੇ ਹੈ। ਹੁਣ ਇਹ ਗੱਲ ਤਾਂ ਹੁਣ ਤਾਂ ਦੁਨੀਆ ਨੂੰ ਵੀ ਸਮਝ ਆ ਗਈ ਕਿ ਸਹੁੰ ਇੱਕ ਬੰਦਾ ਖਾਂਦਾ ਹੈ, ਉਹਨੂੰ ਪੂਰੀ ਦੂਜਾ ਬੰਦਾ ਕਰ ਰਿਹਾ ਹੈ। ਔਰ ਮਤਲਬ ਟਾਈਮ ਕੌਣ ਦਵਾ ਰਿਹਾ ਹੈ ਵੀ 20 ਤੱਕ ਇਲੈਕਸ਼ਨ ਤੱਕ ਕੋਈ ਅਰੈਸਟ ਨਾ ਹੋਵੇ, ਇਹ ਸਾਰਾ ਜੋ ਸੋਚੋਗੇ ਤੁਹਾਨੂੰ ਆਪੇ ਪਤਾ ਲੱਗ ਜੂ। ਅੱਛਾ, ਸਿੱਧੂ ਸਾਹਿਬ ਪਿੱਛੇ ਕਈ ਵਿਅਕਤੀ ਕਹਿੰਦੇ ਨੇ ਜਾ ਕੇ ਹਲਵਾਣਾ ਹੈ, ਚਾਹੇ ਮਜੀਠੀਆ ਸਾਹਿਬ ਹੋਣ, ਸੁਖਬੀਰ ਹੋਣ, ਚਾਹੇ ਕੈਪਟਨ ਸਾਹਿਬ ਹੋਣ, ਚਾਹੇ ਬੀਜੇਪੀ ਹੋਵੇ, ਚਾਹੇ ਆਮ ਆਦਮੀ ਪਾਰਟੀ ਹੋਵੇ। ਲੱਗਦਾ ਵੀ ਸਿੱਧੂ ਨੂੰ ਜੇ ਇੱਕ ਪਾਸੇ ਜੇ ਦੇਖ ਲਈਏ, ਦੂਸਰੇ ਪਾਸੇ ਸਾਰੇ ਨੇ, ਫਿਰ ਉਸ ਪਾਸੇ ਸਿੱਧੂ ਨੂੰ ਕੀ ਨੁਕਸਾਨ ਹੈ ਜਾਂ ਮਜੀਠੀਆ ਨੂੰ ਕੀ ਨੁਕਸਾਨ ਹੋਊਗਾ? ਦੇਖੋ ਸਿੱਧੂ ਸਾਹਿਬ ਬੰਦਾ ਚੰਗਾ ਹੈ, ਲੇਕਿਨ ਉਹਨੂੰ ਆਪਣੇ ਗੁੱਸੇ ਤੇ ਕੰਟਰੋਲ ਨਹੀਂ। ਦੇਖੋ ਜਦੋਂ ਬੰਦੇ ਨੂੰ ਕ੍ਰੋਧ ਆਉਂਦਾ, ਉਹਨਾਂ ਨੂੰ ਤਾਂ ਜਦੋਂ ਗੁੱਸਾ ਆਉਂਦਾ ਹੈ ਉਹ ਤਾਂ ਆਪੇ ਤੋਂ ਬਾਹਰ ਹੋ ਜਾਂਦੇ ਨੇ, ਉਹ ਤਾਂ ਤੂੰ ਕਹਿ ਕੇ ਪੱਤਰਕਾਰਾਂ ਨੂੰ ਵੀ ਮਤਲਬ ਬੁਰਾ ਬੋਲਣ ਲੱਗ ਜਾਂਦੇ ਨੇ। ਮੈਂ ਤਾਂ ਸਮਝਦਾ ਵੀ ਜਾਂ ਤਾਂ ਉਹਨਾਂ ਨੂੰ ਆਪਦੀ ਲਾਈਨ ਬਦਲ ਲੈਣੀ ਚਾਹੀਦੀ ਹੈ ਸਿਆਸਤ, ਤੇ ਜਾਂ ਉਹਨਾਂ ਨੂੰ ਠਰਮੇ ਨਾਲ ਗੱਲ ਕਰਨੀ ਚਾਹੀਦੀ ਹੈ, ਕਿਉਂ ਕਰਕੇ ਤਹਿਸ਼ 'ਚ ਆ ਕੇ ਕੋਈ ਬੰਦਾ, ਹੁਣ ਅੱਜ ਸਿੱਧੂ ਸਾਹਿਬ ਹੈ ਉਹਨਾਂ ਨੂੰ ਘੇਰਾ ਪਿਆ ਹੋਇਆ ਹੈ, ਤਾਂ ਪਿਆ ਹੋਇਆ ਕਿਉਂ ਕਰਕੇ ਉਹਨਾਂ ਨੇ ਨਾ ਤਾਂ ਕਿਸੇ ਨਾਲ ਦੋਸਤੀ ਕੀਤੀ, ਨਾ ਕਿਸੇ ਨਾਲ ਬਣਾ ਕੇ ਰੱਖਿਆ। ਹੁਣ ਇਹ ਵੀ ਨਹੀਂ ਇਮਾਨਦਾਰ ਸਨ ਤਾਂ ਨਹੀਂ ਬਣਾ ਕੇ ਰੱਖੀ ਕਿਸੇ ਨਾਲ। ਦੇਖੋ ਇਹ ਜ਼ਰੂਰੀ ਹੈ ਕਿ ਇਮਾਨਦਾਰ ਬੰਦਾ ਸਭ ਨੂੰ ਵੱਢ ਕੁੱਤੇ ਵਾਂਗੂ ਪਵੇ, ਇਮਾਨਦਾਰ ਮਿੱਠਾ ਵੀ ਤਾਂ ਹੋ ਸਕਦਾ ਹੈ।
ਜ਼ਰੂਰੀ ਹੈ ਸਾਰੇ ਇਮਾਨਦਾਰ ਕੌੜੀ ਬੋਲੀ ਤੁਸੀਂ ਮੰਨਦੇ ਹੀ ਇਮਾਨਦਾਰ ਨੇ ਸਿੱਧੂ ਸਾਹਿਬ? ਨਹੀਂ, ਮੈਂ ਤਾਂ ਮੰਨਦਾ ਸਿੱਧੂ ਇਮਾਨਦਾਰ ਹੈ, ਕੋਈ ਦੋ ਰਾਏ ਨਹੀਂ। ਅੱਛਾ, ਮਜੀਠੀਆ ਸਾਹਿਬ ਨੂੰ ਕਿੱਦਾਂ ਦੇਖਦੇ ਹੋ? ਮਾਝੇ ਦੇ ਜਰਨੈਲ ਕਹਿ ਕੇ ਉਹਨਾਂ ਨੂੰ ਕਿਹਾ ਗਿਆ ਸੀ, ਕਿੱਦਾਂ ਦੇਖਦੇ ਹੋ ਮਜੀਠੀਆ ਸਾਹਿਬ ਨੂੰ? ਦੇਖੋ, ਮਾਝੇ ਦੇ ਜਰਨੈਲ ਉਹਨਾਂ ਸਮਿਆਂ 'ਚ ਹੁੰਦੇ ਸੀ ਜਦੋਂ ਮਿਸਲਾਂ ਹੁੰਦੀਆਂ ਸੀ, ਜਦੋਂ ਸਿੱਖ ਇਤਿਹਾਸ ਦੇ ਵਿੱਚ ਦਰਜ ਹੋ ਕੇ ਜਿਹੜੇ ਉਹ ਜੰਗਾਂ ਦੇ ਵਿੱਚ ਆਪਦੀ ਪਰਵਾਹ ਨਾ ਕਰਦੇ ਹੋਏ ਭਿੜਦੇ ਹੁੰਦੇ ਸੀਗੇ ਆਪ ਤੋਂ ਵੱਡੀਆਂ ਫੌਜਾਂ ਨਾਲ। ਇਹ ਕਾਹਦੀ ਜਰਨੈਲੀ ਹੈ ਵੀ ਰਿਸ਼ਤੇਦਾਰੀ ਦੇ ਵਿੱਚ ਤੁਸੀਂ ਅਕਾਲੀ ਦਲ ਤੇ ਆਪਦਾ ਗਲਬਾ ਪਾ ਲਓ ਤੇ ਉਸ ਤੋਂ ਬਾਅਦ ਫਿਰ ਤੁਸੀਂ ਆਪਦੇ ਪੋਜੀਸ਼ਨ ਨੂੰ ਹੁਣ ਸੁਖਬੀਰ ਬਾਦਲ ਕਹਿੰਦੇ ਆ ਵੀ ਮਜੀਠੀਆ ਜੇ ਮਜੀਠੀਆ ਦਾ ਡਰੱਗ 'ਚ ਕੰਤ ਵੀ ਸਾਬਤ ਹੋ ਜੇ ਤਾਂ ਮੈਂ ਸਿਆਸਤ ਛੱਡ ਦੂੰਗਾ। ਤੇ ਜਦੋਂ ਕੋਰਟਾਂ 'ਚੋਂ ਰਿਜੈਕਟ ਹੁੰਦੀਆਂ ਬੇਲਾਂ ਤੇ ਇਹਦਾ ਮਤਲਬ ਸਾਬਤ ਕਿਵੇਂ ਹੋਊਗਾ? ਕਹਿੰਦੇ ਸਬੂਤ ਮੇਰੀ ਪਸੰਦ ਦਾ ਹੋਣਾ ਚਾਹੀਦਾ। ਮੈਂ ਤਾਂ ਦੇਖਣਾ ਵੀ ਚਿੱਟਾ ਨਿਕਲੇ ਮਜੀਠੀਏ ਦੀ ਜੇਬ 'ਚੋਂ ਤੇ ਰੇਟ ਲਿਸਟ ਨਿਕਲੇ, ਫਿਰ ਮੈਂ ਤਾਂ ਮੰਨੂਗਾ, ਨਹੀਂ ਤਾਂ ਮੈਂ ਮੰਨਦਾ ਹੀ ਨਹੀਂ। ਅੱਛਾ, ਮੈਂ ਕੈਮਰਾਮੈਨ ਨੂੰ ਕਹੂੰਗਾ ਵੀ ਕੋਠੀ ਦਿਖਾ ਦੇਣੇ। ਕੋਠੀ ਉਹੀ ਹੈ 20 ਸਾਲ ਤੱਕ ਸੁਖਬੀਰ ਸਿੰਘ ਬਾਦਲ ਨਾਲ ਰਹੇ ਨੇ, ਉਹਨਾਂ ਦੇ ਭਰਾ ਨੇ। ਅੱਛਾ, ਇਸੇ ਕੋਠੀ ਵਿੱਚ ਸੁਖਬੀਰ ਸਿੰਘ ਬਾਦਲ ਆ ਕੇ ਰੁਕਦੇ ਹੁੰਦੇ ਸੀ, ਚਰਚਾ ਤੁਸੀਂ ਕਰਦੇ ਸੀ। ਤੇ ਅੱਜ ਸੁਖਬੀਰ ਸਿੰਘ ਬਾਦਲ ਨਾਲ ਜਾਂ ਪਰਿਵਾਰ ਨੂੰ ਲੈ ਕੇ ਕੋਈ ਗੱਲਬਾਤ ਹੁੰਦੀ ਹੈ ਜਾਂ ਮੁਲਾਕਾਤ ਹੁੰਦੀ ਹੈ ਜਾਂ ਕੋਈ ਫੰਕਸ਼ਨ ਹੁੰਦਾ, ਵਿਆਹ ਸ਼ਾਦੀ ਤੇ ਜਾਂਦੇ ਹੋ? ਦੇਖੋ, ਜਾਵਾਂਗੇ। ਵੈਸੇ ਤਾਂ ਅਜੇ ਤੱਕ ਬੱਚੇ ਅਜੇ ਕੋਈ ਸਬੱਬ ਨਹੀਂ ਬਣਿਆ, ਪਰ ਜਾਵਾਂਗੇ। ਵਿਆਹ ਸ਼ਾਦੀ ਤੇ ਜਾਣਾ ਆਪਣੀ ਗੱਲ ਹੈ, ਲੇਕਿਨ ਉਹਨਾਂ ਦੀ ਪਾਲਿਸੀ ਨਾਲ ਨਹੀਂ ਐਗਰੀ ਕਰਨਾ, ਨਾ ਮੈਂ ਉਹਨਾਂ ਦੇ ਨਾਲ ਇਸ ਗੱਲ ਦੇ ਵਿੱਚ ਮਿਲੀ ਭੁਗਤ ਦਾ ਖੇਡ ਖੇਡਣਾ ਹੈ। ਜਿਹੜਾ ਅੱਜ ਉਹਨਾਂ ਨੂੰ ਆਦਤ ਪੈ ਗਈ ਹੈ ਇਹ ਕਿ ਜਿਹੜੀਆਂ ਦੂਜੀਆਂ ਪਾਰਟੀਆਂ ਕੋਈ ਕਿਸੇ ਨੂੰ ਜਿਤਾ ਰਹੇ ਨੇ, ਕਿਸੇ ਨੂੰ ਹਰਾ ਰਹੇ ਨੇ, ਇੱਕ ਸ਼ਤਰੰਜ ਦੀ ਚਾਲ ਵਾਂਗੂ ਖੇਡ ਰਹੇ ਨੇ। ਮੈਂ ਇਹਦੇ ਖਿਲਾਫ ਹਾਂ। ਸੁਖਬੀਰ ਬਾਦਲ ਜੀ ਨੂੰ ਪੰਜਾਬ ਦੇ ਭਵਿੱਖ ਦੇ ਵਾਸਤੇ ਮਤਲਬ ਜੈਨੂਇਨਲੀ ਕੰਮ ਕਰਨਾ ਚਾਹੀਦਾ ਹੈ। ਅੱਛਾ, ਪ੍ਰਕਾਸ਼ ਸਿੰਘ ਬਾਦਲ ਦਾ ਕਦੀ ਫੋਨ ਆਇਆ ਵੀ ਛੱਡੋ, ਆਪਸ 'ਚ ਰਿਸ਼ਤੇਦਾਰੀ ਹੈਗੀ ਹੈ, ਤੁਸੀਂ ਉਹਨਾਂ ਦੇ ਚਾਚਾ ਜੀ ਦੇ ਬੇਟੇ ਹੈਗੇ ਹੋ, ਵੀ ਛੱਡੋ, ਇਕੱਠੇ ਹੋ ਜਾਂਦੇ ਆ, ਕਦੀ ਕੀਤਾ? ਨਹੀਂ, ਤੇ ਜੇ ਫਿਰ ਫੋਨ ਆ ਜਾਊਗਾ ਤਾਂ ਮੈਂ ਛੱਡ ਦੂੰਗਾ ਉਹਨਾਂ ਦੇ ਕਹਿਣ ਤੇ। ਤੁਹਾਨੂੰ ਕੀ ਲੱਗਦਾ ਵੀ ਉਹ ਕੋਈ ਇਲਾਹੀ ਫੋਨ ਹੈ ਵੀ ਜਿਹੜਾ ਗੁਰੂ ਨਾਨਕ ਦੇਵ ਜੀ ਦਾ ਫੋਨ ਹੈ ਵੀ ਮੈਂ ਕਹੂੰਗਾ ਵੀ ਸਤ ਵਚਨ ਜਨਾਬ? ਵੀ ਆਇਆ ਫੋਨ? ਨਹੀਂ, ਮੈਂ ਕੁਝ ਨਹੀਂ ਕਹਿਣਾ ਇਹਦੇ ਬਾਰੇ। ਅੱਛਾ, ਗੱਲ ਤਾਂ ਹੁੰਦੀ ਹੋਣੀ ਹੈ। ਨਹੀਂ ਜੀ, ਨਹੀਂ, ਮੈਂ ਕੁਝ ਨਹੀਂ ਕਹਿਣਾ ਇਹਦੇ ਬਾਰੇ। ਪਰ ਮੈਂ ਤੁਹਾਨੂੰ ਇੰਨਾ ਦੱਸਦਾ ਵੀ ਜਿਵੇਂ ਇੱਕ ਗੱਲ ਹੈਗੀ ਹੈ, ਮੈਂ ਤਾਂ ਬਹੁਤ ਮਾੜਾ ਮੰਨਦਾ ਇਸ ਗੱਲ ਨੂੰ ਕਿ ਸ਼੍ਰੋਮਣੀ ਅਕਾਲੀ ਦਲ ਜਥੇਬੰਦੀ ਬਹੁਤ ਇੱਕ ਕੁਰਬਾਨੀਆਂ ਵਾਲੀ ਜਥੇਬੰਦੀ ਸੀ, ਲੇਕਿਨ ਅੱਜ ਉਹ ਜਿਹੜੀ ਥਾਂ ਤੇ ਲੈ ਆਂਦੀ ਆ ਉਹ ਬਹੁਤ ਤਰਸਯੋਗ ਹੈ, ਬਹੁਤ ਮਾੜੀ ਗੱਲ ਹੋਈ। ਅੱਛਾ, ਮੇਰਾ ਇੱਕ ਆਖਰੀ ਸਵਾਲ ਹੈ ਕਿ ਆਮ ਆਦਮੀ ਪਾਰਟੀ ਕਿਉਂ ਜੁਆਇਨ ਕੀਤੀ ਹੈ? ਇਹੋ ਜਿਹੇ ਕਿਹੜੇ ਕੰਮ ਤੁਹਾਨੂੰ ਚੰਗੇ ਲੱਗੇ ਆਮ ਆਦਮੀ ਪਾਰਟੀ ਦੇ, ਤੁਸੀਂ ਜੁਆਇਨ ਕਰ ਲਈ? ਪਹਿਲਾਂ ਸ਼੍ਰੋਮਣੀ ਅਕਾਲੀ ਦਲ, ਫਿਰ ਉਸ ਤੋਂ ਬਾਅਦ ਢੀਂਡਸਾ ਬ੍ਰਹਮਪੁਰਾ, ਫਿਰ ਢੀਂਡਸਾ ਸਾਹਿਬ, ਹੁਣ ਆਮ ਆਦਮੀ ਪਾਰਟੀ ਵਿੱਚ। ਦੇਖੋ, ਬ੍ਰਹਮਪੁਰਾ ਢੀਂਡਸਾ ਤਾਂ ਇੱਕੋ ਹੀ ਸੀ। ਨਹੀਂ, ਪਹਿਲਾਂ ਬ੍ਰਹਮਪੁਰਾ ਸੀ, ਬਾਅਦ ਚੋਂ ਫਿਰ ਇਕੱਠੇ ਹੋਏ ਨੇ। ਤਾਂ ਉਦੋਂ ਅਕਾਲੀ ਦਲ ਸੀ, ਜੋ ਬ੍ਰਹਮਪੁਰਾ ਆ ਗਿਆ ਬਾਹਰ, ਫਿਰ ਢੀਂਡਸਾ ਜੀ ਨੇ ਆ ਕੇ ਆਪਣੀ ਪਾਰਟੀ ਬਣਾਈ। ਪਰ ਮੈਂ ਤਾਂ ਇਹ ਕਹਿਣਾ ਤੁਹਾਨੂੰ ਕਿ ਦੇਖੋ, ਆਮ ਆਦਮੀ ਪਾਰਟੀ ਤਾਂ ਜੁਆਇਨ ਕੀਤੀ ਹੈ ਕਿ ਅੱਜ ਦੇ ਸਾਰੀ ਨੌਜਵਾਨੀ, ਸਾਰੇ ਪੰਜਾਬ ਦੇ ਲੋਕ ਕਹਿੰਦੇ ਹੈ ਕਿ ਇਹ ਸਾਡੀ ਮਤਲਬ ਚਹੇਤੀ ਪਾਰਟੀ ਹੈ। ਹਰ ਮਨ ਦੇ ਵਲਵਲੇ ਕਹਿੰਦੇ ਆ, ਸਾਰੇ ਗਰੀਬ ਵਰਗ ਤੋਂ ਲੈ ਕੇ ਸਾਰੇ ਵਰਗ ਕਹਿੰਦੇ ਆ ਭ੍ਰਿਸ਼ਟਾਚਾਰ ਬੰਦ ਹੋਣਾ ਚਾਹੀਦਾ, ਨਸ਼ੇ ਬੰਦ ਹੋਣੇ ਚਾਹੀਦੇ ਆ। ਇੱਥੇ ਆਪਾਂ ਨੂੰ ਜਿਹੜੇ ਲੋਕ ਨੇ, ਸਕੂਲ ਕਾਲਜ, ਉਹਨਾਂ ਦੇ ਹੈਲਥ, ਇਹ ਸਾਰੀਆਂ ਚੀਜ਼ਾਂ ਇੰਪਰੂਵ ਹੋਣੀਆਂ ਚਾਹੀਦੀਆਂ। ਮੈਨੂੰ ਕੱਖ ਨਾ ਦੇਣ ਆਮ ਆਦਮੀ ਪਾਰਟੀ, ਹੱਥ ਬੰਨ੍ਹ ਕੇ ਫ੍ਰੀ 'ਚ ਸੇਵਾ ਕਰੂੰਗਾ। ਅੱਛਾ, ਤੁਹਾਡੇ ਤਾਇਆ ਜੀ ਪ੍ਰਕਾਸ਼ ਸਿੰਘ ਬਾਦਲ ਤੇ ਭਰਾ ਸੁਖਬੀਰ ਸਿੰਘ ਬਾਦਲ, ਇੱਕ ਲੰਬੀ ਤੋਂ ਦੂਸਰੇ ਪਾਸੇ ਜਲਾਲਾਬਾਦ ਤੋਂ, ਉਹਨਾਂ ਦੇ ਖਿਲਾਫ ਕੰਪੇਨ ਕਰੋਗੇ? ਲੰਬੀ ਤਾਂ ਮੈਂ ਜਾਊਂਗਾ ਜੀ, ਤੇ ਜਲਾਲਾਬਾਦ ਮੈਨੂੰ ਕੋਈ ਜਾਣਦਾ ਨਹੀਂ, ਮੈਂ ਜਾ ਕੇ ਵੀ ਕੀ ਕਰੂੰਗਾ। ਲੰਬੀ ਕਰੋਗੇ ਉਹਨਾਂ ਦੇ ਖਿਲਾਫ, ਤਾਇਆ ਜੀ ਦੇ ਖਿਲਾਫ? ਹਾਂ, ਬਿਲਕੁਲ ਕਰਾਂਗੇ ਜੀ, ਕਰਾਂਗੇ ਜੀ। ਅੱਛਾ, ਸਿਆਸਤ ਇਹੀ ਹੈ? ਸਿਆਸਤ ਹੋਵੇ ਜਾਂ ਨਾ ਹੋਵੇ, ਸਟੈਂਡ ਹੁੰਦਾ ਇੱਕ, ਔਰ ਸਟੈਂਡ ਦੇ ਨਾਲ ਦੇਖੋ ਜ਼ਿੰਦਗੀ ਦੇ ਵਿੱਚ ਦੁਨੀਆ ਫਤਿਹ ਤਾਂ ਕੋਈ ਵੀ ਨਹੀਂ ਕਰ ਸਕਦਾ। ਸਿਕੰਦਰ ਵੀ ਜਾਂਦਾ ਹੋਇਆ ਆਪਦੇ ਹੱਥ ਬਾਹਰ ਕੱਢ ਗਿਆ ਸੀ ਕਿ ਖਾਲੀ ਹੱਥ ਚੱਲਿਆ। ਇੱਥੇ ਮਹਾਰਾਜ ਨੇ ਜਿੰਨੀ ਸਵਾਸਾਂ ਦੀ ਪੂੰਜੀ ਦਿੱਤੀ ਹੈ, ਘੱਟੋ ਘੱਟ ਇੱਕ ਸਟੈਂਡ ਤੇ ਖੜ ਕੇ ਜ਼ਿੰਦਗੀ ਜਿਓ ਤਾਂ ਤੁਹਾਨੂੰ ਨਜ਼ਾਰਾ ਆਊਗਾ। ਬਾਕੀ ਸਮਝੌਤੇ ਕਰਕੇ ਤਾਂ ਫਿਰ 99% ਲੋਕ ਤੁਰੇ ਫਿਰਦੇ ਆ। ਤੁਸੀਂ ਸਾਰੀ ਗੱਲਬਾਤ ਸੁਣੀਏ। ਸਾਡੇ ਨਾਲ ਮੌਜੂਦ ਸਨ ਬੱਬੀ ਬਾਦਲ। ਇੰਟਰਵਿਊ ਕਰਨ ਦਾ ਮਕਸਦ ਇਹ ਸੀ ਕਿ ਬੱਬੀ ਬਾਦਲ, ਸੁਖਬੀਰ ਸਿੰਘ ਬਾਦਲ ਯਾਨੀ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ 20 ਸਾਲ, ਉਸ ਤੋਂ ਬਾਅਦ 3 ਸਾਲ ਬ੍ਰਹਮਪੁਰਾ ਤੇ ਢੀਂਡਸਾ ਪਾਰਟੀ, ਜੋ ਢੀਂਡਸਾ ਸਾਹਿਬ ਨੇ ਪਾਰਟੀ ਬਣਾਈ ਸੀ ਸ਼੍ਰੋਮਣੀ ਅਕਾਲੀ ਦਲ ਸੰਯੁਕਤ, ਉਸ ਵਿੱਚ ਮੌਜੂਦ ਰਹੇ ਨੇ। ਹੁਣ ਆਮ ਆਦਮੀ ਪਾਰਟੀ ਵਿੱਚ ਚਲੇ ਗਏ ਨੇ, ਜੁਆਇਨ ਕਰ ਲਈ ਤੇ ਕਹਿ ਰਹੇ ਨੇ ਕਿ ਪਾਰਟੀਆਂ ਜਿਹੜੀਆਂ ਨੇ ਉਸ ਉੱਪਰ ਭਰੋਸਾ ਹੋਣਾ ਚਾਹੀਦਾ। ਇਹਨਾਂ ਨੇ ਵੀ ਭਰੋਸਾ ਕੀਤਾ ਸੀ, ਪਰ ਹੁਣ ਦੇਖਾਂਗੇ ਸਿਆਸਤ ਕਿਹੜੇ ਪਾਸੇ ਜਾਊਗੀ।
ਦੂਸਰੇ ਪਾਸੇ ਤਾਇਆ ਜੀ ਨੇ ਪ੍ਰਕਾਸ਼ ਸਿੰਘ ਬਾਦਲ, ਇਹਨਾਂ ਦੇ ਸੁਖਬੀਰ ਸਿੰਘ ਬਾਦਲ ਭਰਾ ਨੇ, ਕਦੀ ਪਰਿਵਾਰ ਨੂੰ ਲੈ ਕੇ ਗੱਲਬਾਤ ਹੋ ਜਾਂਦੀ ਹੈ, ਪਰ ਸਿਆਸਤ ਦੇ ਵਿੱਚ ਦੋਨਾਂ ਦੇ ਰਾਹ ਵੱਖੋ ਵੱਖ ਨੇ। 20 ਤਰੀਕ ਨੂੰ ਦੇਖਾਂਗੇ ਵੀ ਲੋਕ ਕਿਹੜੇ ਪਾਸੇ ਜਾਂਦੇ ਨੇ, ਤੇ 10 ਮਾਰਚ ਨੂੰ ਉਹ EVM ਦੀ ਕਿਸਮਤ ਵਿੱਚ, ਜੋ EVM ਵਿੱਚ ਕਿਹਦੀਆਂ ਵੋਟਾਂ ਸਭ ਤੋਂ ਜ਼ਿਆਦਾ ਨਿਕਲਣਗੀਆਂ, ਉਹੀ ਉਮੀਦਵਾਰ ਚੁਣਿਆ ਜਾਊਗਾ। ਤਾਂ ਤੁਸੀਂ ਸਾਡੇ ਨਾਲ ਬਣੇ ਰਹਿਣਾ ਪੰਜਾਬ ਨਿਊਜ਼ ਦੇ ਨਾਲ, ਤੁਹਾਨੂੰ ਪਲ ਪਲ ਦੀ ਅਪਡੇਟ ਦਿੰਦੇ ਰਹਾਂਗੇ। ਬਾਕੀ ਹਲਕਿਆਂ 'ਤੇ ਜਾ ਕੇ ਗੱਲ ਕਰਾਂਗੇ ਉਮੀਦਵਾਰ ਤੇ ਲੋਕ ਕੀ ਚਾਹੁੰਦੇ ਨੇ।